सतनाम वाहिगुरु साहिब जीओ। जेहबा गुण गोबिंद भजहो, करन सुनहो हर नाम। कहो नानक सुन रे मना, पर है न जम कै धाम। जेहबा गुण गोबिंद भजहो, करन सुनो हर नाम। कहो नानक सुन रे मना, पर है न जम कै धाम। जो प्राणी ममता तजै, लोभ मोह अहंकार। कहो नानक आपन तरੈ, औरन लेते उधार। जो प्राणी ममता तजै, लोभ मोह अहंकार। कहो नानक आपन तरੈ, औरन लेते उधार। वाहिगुरु जी का खालसा, वाहिगुरु जी की फतेह। गरीब नवाज सतगुरु दसां पातशाहियां दे ਸਰੂਪ, ਸਰਬ ਕਲਾ ਸਮਰੱਥ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਵਿੱਚ ਪਹੁੰਚੇ ਗੁਰੂ ਸਵਾਰੇ ਸਤ ਸੰਗੀ ਜਨੋ। ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੇ ਪ੍ਰਵਚਨ ਸ਼ਲੋਕ 21 ਔਰ 22 ਨੰਬਰ ਅੱਜ ਆਪਾਂ ਵਿਚਾਰਨ ਦਾ ਯਤਨ ਕਰਾਂਗੇ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ। ਕਿਸੇ ਦੇ ਸਵਾਲ ਦੇ ਜਵਾਬ ਵਿੱਚ ਪਹਿਲਾ ਸ਼ਲੋਕ ਉਚਾਰਿਆ, ਜਿਸ ਨੇ ਜਮਾਂ ਦੇ ਧਾਮ ਤੋਂ ਬਚਣ ਦੀ ਬੇਨਤੀ ਕੀਤੀ ਹੈ। ਉਸ ਨੂੰ ਦੱਸਦੇ ਹਨ ਕਿ ਮੌਤ ਦੇ ਘਰ ਵਿੱਚੋਂ ਬਚਣ ਦਾ ਹੋਰ ਕੋਈ ਵਸੀਲਾ ਨਹੀਂ। ਜੋ ਕੁਝ ਜਨਮਦਾ ਹੈ, ਜੋ ਕੁਝ ਦਿਸਦਾ ਹੈ, ਜੋ ਕੁਝ ਅਸੀਂ ਵੇਖਦੇ ਹਾਂ, ਇਹ ਸਾਰਾ ਕੁਝ ਮੌਤ ਦੀ ਝੋਲੀ ਵਿੱਚ ਡਿੱਗ ਪੈਂਦਾ ਹੈ। ਔਰ ਇਹ ਕੋਈ ਸਮਝਾਉਣ ਵਾਲਾ ਗਿਆਨ ਵੀ ਨਹੀਂ। ਅਸੀਂ ਆਪਣੀਆਂ ਅੱਖਾਂ ਨਾਲ ਜਿਹੜੇ ਸਰੀਰ ਸਾਨੂੰ ਆਪਣੀ ਗੋਦ ਵਿੱਚ ਚੁੱਕ ਕੇ ਖਿਡਾਉਂਦੇ ਰਹੇ, ਜਿਨ੍ਹਾਂ ਨੇ ਸਾਡੀਆਂ ਉਂਗਲਾਂ ਫੜ ਕੇ ਤੋਰਿਆ, ਔਰ ਆਪਣੀਆਂ ਅੱਖਾਂ ਨਾਲ ਅਸੀਂ ਵੇਖਿਆ ਉਹ ਇਸ ਜ਼ਮੀਨ ਤੋਂ ਇਸ ਤਰ੍ਹਾਂ ਓਹਲੇ ਹੋ ਗਏ ਜਿਵੇਂ ਕਿ ਧੂੰਆਂ ਆਕਾਸ਼ ਵਿੱਚ ਦਿਸਦਾ ਤੇ ਹਵਾ ਦੇ ਬੁੱਲੇ ਆਉਂਦੇ ਹੀ ਉਹਦਾ ਪਤਾ ਨਹੀਂ ਲੱਗਦਾ ਕਿੱਧਰ ਨੂੰ ਚਲਾ ਗਿਆ। ਇਹਨੂੰ ਕਹਿੰਦੇ ਨੇ ਕਿ ਬਿਨਾਂ ਉਦਾਹਰਨ ਦੇਣ ਤੋਂ ਮੰਨਣ ਵਾਲੀ ਸੱਚਾਈ ਹੈ। ਇਹਨੂੰ ਮਨਾਉਣ ਦੀ ਲੋੜ ਨਹੀਂ। ਇਹ ਹੀ ਇੱਕ ਸਾਰੇ ਸੰਸਾਰ ਦਾ ਸਭ ਤੋਂ ਵੱਡਾ ਡਰ ਹੈ। ਜਿੰਨੇ ਡਰ ਮੰਨੇ ਨੇ, ਜਿੰਨੇ ਦੁੱਖ ਕਹੇ ਨੇ, ਉਹਨਾਂ ਵਿੱਚੋਂ ਇੱਕ ਸਭ ਤੋਂ ਵੱਡਾ ਡਰ ਹੈ
ਕਿ ਮੌਤ ਜਿਹੜੀ ਹੈ ਯਾਨੀ ਕਿ ਸਮਾਪਤੀ ਜੀਵਨ ਦੀ, ਇਸ ਦੀ ਸਰੀਰ ਦੀ, ਉਹ ਬੜੀ ਪੈਦਾਇਕ। ਕਬੀਰ ਸਾਹਿਬ ਨੇ ਇੱਕ ਵਚਨ ਕੀਤਾ, ਕਹਿੰਦੇ ਵੈਦ ਕਹੈ ਹਉ ਹੀ ਭਲਾ ਦਾਰੂ ਮੇਰਾ ਬਸ। ਕਈ ਵਾਰੀ ਕੁਝ ਵੈਦ ਤੇ ਸਿਆਣੇ ਨੇ, ਉਹ ਤੇ ਦੋ ਚੀਜ਼ਾਂ ਦਿੰਦੇ ਨੇ, ਦਵਾਈ ਤੇ ਦੁਆ। ਉਹ ਕਹਿੰਦੇ ਨੇ ਦਵਾਈ ਮੈਂ ਦਿਆਂਗਾ, ਦੁਆ ਤੁਸੀਂ ਕਰੋ ਰੱਬ ਅੱਗੇ ਕਿ ਦਵਾਈ ਤੁਹਾਡੇ ਲਈ ਕੰਮ ਆ ਸਕੇ, ਇਹ ਸਾਧਨ ਬਣ ਸਕੇ। ਗੁਰੂ ਹਰਿਰਾਏ ਸਾਹਿਬ ਜੀ ਨੇ ਇਸ ਚੀਜ਼ ਨੂੰ ਵਰਤਿਆ। ਦਾਰਾ ਸ਼ਿਕੋ ਮਰਨ ਦੇ ਨੇੜੇ ਸੀ ਬਿਲਕੁਲ, ਬਹੁਤ ਉਹਦੇ ਸਰੀਰ ਤੇ ਦੁੱਖ ਸੀ। ਔਰੰਗਜ਼ੇਬ ਦਾ ਭਰਾ ਇੰਨਾ ਬਿਮਾਰ ਪੈ ਗਿਆ, ਕਿਸੇ ਹਕੀਮ ਦੇ ਵੱਸ ਦੀ ਗੱਲ ਨਹੀਂ ਰਹੀ, ਮੰਜੇ ਤੇ ਪਿਆ। ਇਹਨੇ ਕਿਸੇ ਤਰ੍ਹਾਂ ਸਾਧ ਸੰਗਤ ਗੁਰੂ ਹਰਿਰਾਏ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਕੀਤੀ, ਪਹੁੰਚ ਕੀਤੀ। ਸਤਿਗੁਰਾਂ ਨੇ ਦਵਾਈ ਦਿੱਤੀ, ਕਿਉਂਕਿ ਦਵਾਖਾਨਾ ਸੀ ਉਹਨਾਂ ਕੋਲ। ਦਵਾਈ ਦਿੱਤੀ, ਕਿਉਂਕਿ ਜਿੱਥੇ ਗੁਰੂ ਨਾਨਕ ਦੇ ਘਰ ਵਿੱਚ ਇਹ ਕਿਹਾ ਜਾਂਦਾ ਹੈ ਕਿ ਸਰਬ ਰੋਗ ਕਾ ਔਖਦ ਨਾਮ, ਸਾਰਿਆਂ ਰੋਗਾਂ ਦਾ ਔਖਦ ਦਵਾਈ ਨਾਮ ਹੀ ਹੈ। ਜਿਹੜੇ ਸਾਡੇ ਅੰਦਰ ਰੋਗ ਨੇ ਉਹਨਾਂ ਦੀ ਦਵਾਈ ਹੈ ਨਾਮ। ਤਾਂ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਤਾਂ ਹਨ ਕਰਮ ਰੋਗ, ਇਹਨਾਂ ਨੂੰ ਤੇ ਨਾਮ ਕੱਟਦਾ। ਪਰ ਕਹਿੰਦੇ ਇੱਕ ਰੋਗ ਜਿਹੜਾ ਉਹ ਬੰਦੇ ਨੂੰ ਹਵਾ ਤੋਂ, ਪਾਣੀ ਤੋਂ ਬਾਹਰੋਂ ਲੱਗਦਾ ਹੈ, ਉਹਨੂੰ ਇੱਥੋਂ ਦਵਾਈ ਦਿੱਤੀ ਜਾ ਸਕਦੀ। ਉਹਦੇ ਵਾਸਤੇ ਦਵਾਖਾਨੇ ਖੋਲ੍ਹੇ ਗਏ, ਉਹਦੇ ਵਾਸਤੇ ਸਤਿਗੁਰਾਂ ਨੇ ਦਵਾਖਾਨੇ ਖੋਲ੍ਹੇ ਔਰ ਦਵਾਈ ਦਿੱਤੀ, ਪ੍ਰਬੰਧ ਕੀਤਾ ਵੀ ਰੋਗ ਨਾ ਲੱਗੇ। ਸਤਿਗੁਰਾਂ ਦੇ ਕੋਲੋਂ ਦਵਾਈ ਮੰਗਾਉਣ ਵਾਸਤੇ ਨੇ ਪਹੁੰਚ ਕੀਤੀ, ਉਪਰਾਲਾ ਕੀਤਾ। ਹਜ਼ੂਰ ਨੇ ਭੇਜੇ ਹੋਏ ਮਨੁੱਖ ਦੇ ਹੱਥ ਤੇ ਦਵਾਈ ਰੱਖੀ ਤੇ ਕਹਿਣ ਲੱਗੇ ਇਹਦੇ ਨਾਲ ਠੀਕ ਹੋ ਜਾਏਗਾ। ਸਤਿਗੁਰਾਂ ਨੇ ਕਿਹਾ ਭਾਈ ਇਹ ਤੇ ਦਵਾਈ ਹੈ, ਤੇ ਦੁਆ ਖੁਦ ਕਰੇ ਖੁਦਾ ਦੇ ਅੱਗੇ ਰੋਗ ਮਿਟੇਗਾ। ਪਰ ਇੱਕ ਚੀਜ਼ ਦੀ ਦਵਾਈ ਕਿਸੇ ਕੋਲ ਨਹੀਂ। ਕਬੀਰ ਜੀ ਕਹਿੰਦੇ ਵੈਦ ਕਹੈ ਹਉ ਹੀ ਭਲਾ। ਜਿਹੜਾ ਕੱਲੀ ਦਵਾਈ ਤੇ ਵਿਸ਼ਵਾਸ ਕਰਦਾ ਹੈ, ਦਾਰੂ ਮੇਰਾ ਵਸ ਇਹ ਤੋਂ ਵਸਤ ਗੋਪਾਲ ਕੀ ਜਬ ਭਾਵੈ ਲੈ ਖਸ। ਮੈਂ ਗੱਲ ਕਰ ਰਿਹਾ ਸੀ, ਸਤਿਗੁਰੂ ਨੇ ਜਵਾਬ ਦਿੱਤਾ ਹੈ ਉਸ ਬੰਦੇ ਦੇ ਜਵਾਬ ਸਵਾਲ ਦਾ, ਜਿਨਨੇ ਮੌਤ ਦੇ ਧਾਮ ਵਿੱਚ ਪੈਣ ਤੋਂ ਆਪਣੇ ਆਪ ਨੂੰ ਬਚਾਉਣ ਲਈ ਬੇਨਤੀ ਕੀਤੀ। ਤੇ ਸਤਿਗੁਰੂ ਕਹਿੰਦੇ ਕਹੋ ਨਾਨਕ ਸੁਣ ਰੇ ਮਨਾ। ਉਹਨੂੰ ਜਵਾਬ ਦਿੰਦੇ ਨੇ ਕਹੋ ਨਾਨਕ ਸੁਣ ਰੇ ਮਨਾ ਪਰਹਿ ਨਾ ਜਮ ਕੇ ਧਾਮ। ਕਹਿਣ ਲੱਗੇ ਇਸ ਤਰ੍ਹਾਂ ਜਮਾ ਤੋਂ ਬਚ ਜਾਈਦਾ। ਉਹ ਹੁਣ ਕਿਹੜੀ ਚੀਜ਼ ਹੈ ਜਿਹੜੀ ਜਮਾ ਤੋਂ ਬਚਾਵੇ, ਕਿਉਂਕਿ ਅੱਜ ਤੱਕ ਸਰੀਰ ਧਾਰੀ ਤੇ ਕੋਈ ਬਚਿਆ ਹੀ ਨਹੀਂ, ਜਿੰਨੇ ਸਰੀਰ ਧਾਰਨ ਕਰਕੇ ਆਏ ਨੇ। ਪਰ ਬਾਣੀ ਵਿੱਚ ਇਹ ਵੀ ਸ਼ਬਦ ਆਏ ਕਿ ਕਈ ਲੋਕ ਐਸੇ ਜਿਨ੍ਹਾਂ ਵਾਸਤੇ ਮੌਤ ਨਹੀਂ ਹੈ, ਉਹਨਾਂ ਦੀ ਜ਼ਿੰਦਗੀ ਕਦੀ ਖਤਮ ਨਹੀਂ ਹੁੰਦੀ। ਸਾਫ਼-ਸਾਫ਼ ਬਚਨ ਕੀਤੇ ਗਏ ਨੇ ਕਿ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ। ਸਰੀਰ ਦੀ ਗੱਲ ਨਹੀਂ ਕਰਦੇ, ਕਹਿੰਦੇ ਨੇ ਸਰੀਰ ਤੇ ਇਸ ਤਰ੍ਹਾਂ ਦਾ ਪੰਜ ਭੌਤਿਕ ਇਹ ਤੇ ਮਰਦਾ ਜ਼ਰੂਰ, ਪਰ ਉਹਨਾਂ ਦਾ ਅੰਦਰਲਾ ਸਰੀਰ ਨਹੀਂ ਮਰਦਾ, ਅੰਦਰਲਾ ਜੀਵਨ ਨਹੀਂ ਮਰਦਾ। ਤਾਂ ਉਹਦੇ ਤੋਂ ਬਚਣ ਲਈ ਕਿਸੇ ਮਨੁੱਖ ਨੇ ਬੇਨਤੀ ਕੀਤੀ ਹੈ। ਇਹ ਵੀ ਇੱਕ ਬੜੀ ਵੱਡੀ ਅਰਦਾਸ। ਧਰਮੀ ਬੰਦੇ ਦੀ ਆਰੰਭਤਾ ਇੱਥੋਂ ਹੁੰਦੀ ਹੈ, ਖਿਆਲ ਕਰਨਾ। ਧਰਮ ਦਾ ਦਰਵਾਜ਼ਾ ਹੈ ਮੌਤ। ਮੈਂ ਥੋੜ੍ਹੀਆਂ ਜਿਹੀਆਂ ਬੇਨਤੀਆਂ ਇਹਦੇ ਉੱਤੇ ਜ਼ਰੂਰ ਕਰਾਂਗਾ, ਕਿਉਂਕਿ ਜਿੱਥੋਂ ਧਰਮ ਸ਼ੁਰੂ ਹੁੰਦਾ, ਕਿਸੇ ਵੀ ਘਰ ਵਿੱਚ ਪ੍ਰਵੇਸ਼ ਕਰਨਾ ਤੇ ਦਰਵਾਜ਼ਾ ਤੇ ਪਹਿਲਾਂ ਪਤਾ ਹੋਣਾ ਚਾਹੀਦਾ। ਅਸੀਂ ਕਿਸੇ ਇਮਾਰਤ ਦੇ, ਮੰਨ ਲਓ ਇਸ ਇਮਾਰਤ ਵਿੱਚ ਹੀ ਅਸੀਂ ਆਏ ਹਾਂ, ਭਾਵੇਂ ਇਹ
ਇਹਦੇ ਚਾਰ ਹੀ ਪਾਸੇ ਨੇ, ਪਰ ਐਂਟਰੀ ਜਿਹੜੀ ਇਹ ਗੇਟ ਤੋਂ ਬਿਨਾ ਕਿਵੇਂ? ਦਰਵਾਜ਼ਾ ਲੱਭੇਗਾ ਤੇ ਤਾਂ ਅੰਦਰ ਆਵਾਂਗੇ। ਭਾਵੇਂ ਸਾਰੀ ਉਮਰ ਅਸੀਂ ਇਹਦੀਆਂ ਕੰਧਾਂ ਦੇ ਚੱਕਰ ਕੱਟਦੇ ਰਹੀਏ, ਅੰਦਰ ਨਹੀਂ ਆਇਆ ਜਾਏਗਾ। ਇਹਦੇ ਅੰਦਰ ਆਉਣ ਦਾ ਵਸੀਲਾ ਦਰਵਾਜ਼ਾ। ਤੇ ਜਿਹੜਾ ਧਰਮ ਰੂਪੀ ਘਰ ਹੈ ਸਾਧ ਸੰਗਤ, ਉਹਦੇ ਵਿੱਚ ਪ੍ਰਵੇਸ਼ ਕਰਨ ਦਾ ਦਰਵਾਜ਼ਾ ਮੌਤ ਨੂੰ ਜੀਵਨ ਵਿੱਚ ਵੇਖਣ। ਜੀਵਨ ਵਿੱਚ ਮੌਤ ਵਿੱਚ ਤੇ ਮੌਤ ਸਾਰਿਆਂ ਨੇ ਵੇਖਣੀ ਹੋਈ ਹੈ, ਕੋਈ ਸ਼ੱਕ ਨਹੀਂ, ਉਹ ਤੇ ਵੇਖਣੀ ਹੀ ਪਏਗੀ। ਜੀਵਨ ਵਿੱਚ ਮੌਤ ਨੂੰ ਵੇਖਣਾ, ਇਹ ਜਦੋਂ ਬੰਦਾ ਚੰਗੀ ਤਰ੍ਹਾਂ ਮੌਤ ਨਾਲ ਮਿੱਤਰਤਾ ਪਾ ਲੈਂਦਾ, ਜਿਉਂਦੇ ਜੀ ਉਹਦੇ ਨਾਲ ਹੱਸਦਾ ਖੇਡਦਾ ਹੈ। ਤੇ ਮੌਤ ਇੱਕ ਇਸ ਤਰ੍ਹਾਂ ਦੀ ਸਵਾਦਲੀ ਚੀਜ਼ ਹੈ, ਜੇ ਜੀਵਨ ਦੇ ਰਹਿੰਦਿਆਂ ਇਹਦੇ ਨਾਲ ਦੋਸਤੀ ਪਾਈ ਜਾਏ ਤੇ ਜਨਮ ਨਵਾਂ ਪੈਦਾ ਕਰ ਦਿੰਦੀ, ਜਿਹਦੀ ਮੌਤ ਕਦੀ ਨਹੀਂ ਹੁੰਦੀ। ਇਸ ਤਰ੍ਹਾਂ ਦੀ ਚੀਜ਼ ਹੈ। ਤਾਂ ਮੌਤ ਜਿਹੜਾ ਉਹ ਦਰਵਾਜ਼ਾ ਜੀਵਨ ਦਾ, ਜਿਨ੍ਹਾਂ ਨੇ ਮੌਤ ਨੂੰ ਪ੍ਰਵਾਨ ਕਰ ਲਿਆ, ਉਹਨਾਂ ਨੇ ਧਰਮ ਦਾ ਦਰਵਾਜ਼ਾ ਲੱਭ ਲਿਆ ਤੇ ਅੰਦਰ ਚਲੇ ਗਏ, ਅੰਦਰ ਪ੍ਰਵੇਸ਼ ਕਰ ਗਏ, ਉਹਦੇ ਤੋਂ ਪਹਿਲਾਂ ਨਹੀਂ। ਇਸ ਕਰਕੇ ਨਾਮ ਦੇ ਵੀ ਇੱਕ ਅਰਥ ਨੇ ਮੌਤ। ਭਾਈ ਗੁਰਦਾਸ ਜੀ ਨੇ ਬੜਾ ਸੁੰਦਰ ਬਚਨ ਕੀਤਾ ਹੈ, ਕਹਿੰਦੇ ਗੁਰੂ ਹੈ ਗੌਰ ਤੇ ਸਿੱਖ ਹੈ ਮੁਰਦਾ। ਖਿਆਲ ਕਰਨਾ, ਗੁਰੂ ਗੌਰ ਹੈ, ਗੌਰ ਦੇ ਅਰਥ ਨੇ ਕਬਰ। ਗੁਰੂ ਕਹਿੰਦੇ ਕਬਰ ਤੇ ਸਿੱਖ ਮੁਰਦਾ। ਇੱਕ ਪਾਸੇ ਕਹਿੰਦੇ ਕਬਰ ਨੂੰ ਪੂਜਣਾ ਹੀ ਨਹੀਂ। ਇਹ ਤਸ਼ਬੀਹ ਹੈ, ਇਹ ਉਦਾਹਰਣ ਹੈ। ਕਈ ਵਾਰੀ ਅਸੀਂ ਭੁਲੇਖੇ ਵਿੱਚ ਪੈ ਜਾਂਦੇ ਹਾਂ ਵੀ ਇਹ ਉਦਾਹਰਣ ਕਿਉਂ ਵਰਤੀ ਗਈ। ਵੇਖੋ, ਇੱਕ ਪਾਸੇ ਕਹਿੰਦੇ ਦੁਬਦਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ, ਮੜੇ ਮਸਾਨ ਨਾ ਜਾਈ, ਤ੍ਰਿਸ਼ਨਾ ਰਾਚ ਨਾ ਪਰ ਘਰ ਜਾਵਾਂ, ਤ੍ਰਿਸ਼ਨਾ ਨਾਮ 부ਝਾਈ। ਇੱਥੇ ਕਹਿੰਦੇ ਮੜੀ ਨੂੰ ਨਹੀਂ ਪੂਜਣਾ, ਕਹਿੰਦੇ ਕਬਰ ਨੂੰ ਨਹੀਂ ਪੂਜਣਾ। ਉਦਾਹਰਣ ਦੇਣ ਲੱਗਿਆਂ ਝਿਜਕੇ ਨਹੀਂ ਭਾਈ ਗੁਰਦਾਸ ਜੀ, ਕਹਿੰਦੇ ਨੇ ਗੁਰੂ ਹੈ ਕਬਰ ਤੇ ਸਿੱਖ ਹੈ ਉਹਦੇ ਵਿੱਚ ਪਿਆ ਹੋਇਆ ਮੁਰਦਾ। ਜਦੋਂ ਉਦਾਹਰਣ ਦਿੱਤੀ ਤੇ ਜ਼ਰੂਰ ਕਿਸੇ ਪੁੱਛਿਆ ਹੋਵੇਗਾ ਕਿਵੇਂ ਦੀ ਉਦਾਹਰਣ ਦੇ ਦਿੱਤੀ। ਕਹਿੰਦੇ ਇਹ ਸੱਚ ਹੈ, ਕਿਉਂਕਿ ਧਰਮ ਨਾਮ ਤੇ ਦੂਜੇ ਅਰਥ ਨੇ ਮੌਤ, ਤੇ ਮੌਤ ਦੇ ਅਰਥ ਨੇ ਧਰਮ। ਕਹਿੰਦੇ ਜਿਸ ਵੇਲੇ ਉਦਾਹਰਣ ਦਿੱਤੀ ਤੇ ਭਾਈ ਸਾਹਿਬ ਨੂੰ ਕਿਸੇ ਪੁੱਛਿਆ ਵੀ ਤੁਸੀਂ ਇਹ ਕਿਉਂ ਉਦਾਹਰਣ? ਕਹਿੰਦੇ ਸੱਚ ਹੈ, ਜਿਵੇਂ ਕਬਰ ਦੇ ਵਿੱਚ ਮੁਰਦਾ ਜਦੋਂ ਦਫਨਾਇਆ ਜਾਂਦਾ ਹੈ ਉਦੋਂ ਹੋਰ ਤਰ੍ਹਾਂ ਹੁੰਦਾ, ਤੇ ਥੋੜੇ ਦਿਨਾਂ ਬਾਅਦ ਕਬਰ ਉਸ ਮੁਰਦੇ ਨੂੰ ਆਪਣੇ ਵਰਗਾ ਕਰ ਲੈਂਦੀ ਹੈ, ਸਰੀਰ ਨੂੰ ਮਿੱਟੀ ਬਣਾ ਦਿੰਦੀ, ਬਿਲਕੁਲ ਆਪ ਵੀ ਮਿੱਟੀ ਦੀ ਤੇ ਉਹਨੂੰ ਮਿੱਟੀ ਬਣਾ ਲੈਂਦੀ। ਇਸੇ ਤਰ੍ਹਾਂ ਗੁਰੂ ਦਾ ਸੁਭਾਅ ਹੈ, ਬਾਣੀ ਦਾ ਸੁਭਾਅ ਹੈ, ਨਾਮ ਦਾ ਸੁਭਾਅ ਹੈ, ਸ਼ਬਦ ਦਾ ਸੁਭਾਅ ਹੈ। ਜੇ ਕਿਤੇ ਕੋਈ ਗੁਰੂ ਦੇ ਨੇੜੇ ਆ ਜਾਏ, ਸ਼ਬਦ ਦੇ ਨੇੜੇ ਆ ਜਾਏ, ਗੁਰਬਾਣੀ ਦੇ ਨੇੜੇ ਚਲਾ ਜਾਏ, ਬਸ ਉਹ ਨਹੀਂ ਬਚਦਾ ਉਸ ਤਰ੍ਹਾਂ ਦਾ ਜਿਵੇਂ ਦਾ ਪਹਿਲਾਂ ਸੀ। ਉਹਦੇ ਵਿੱਚੋਂ ਕਈ ਵਾਰੀ ਤੇ ਭੁਲੇਖਾ ਹੀ ਲੱਗਣ ਲੱਗ ਪੈਂਦਾ ਹੈ ਕਿਤੇ ਗੁਰੂ ਤੇ ਨਹੀਂ ਸਿੱਖ, ਜਿਹਨੂੰ ਗੁਰਸਿੱਖ ਕਿਹਾ ਨਾ, ਉਹਦੇ ਵਿੱਚੋਂ ਝਲਕ ਪੈਂਦੀ ਹੈ ਗੁਣਾਂ ਦੀ। ਉਹਦੇ ਵਿੱਚ ਸੁਭਾਅ ਉਸ ਤਰ੍ਹਾਂ ਦਾ ਬਣਨਾ ਸ਼ੁਰੂ ਹੋ ਜਾਂਦਾ, ਗੁਰੂ ਵਰਗਾ ਹੋ ਜਾਂਦਾ। ਇਹ ਹੈ ਉਹਦਾ ਸੁਭਾਅ ਗੁਰੂ ਦਾ, ਕਿ ਗੁਰੂ ਆਪਣੇ ਵਰਗਾ ਸਿੱਖ ਨੂੰ ਬਣਾਉਂਦਾ। ਤੇ ਇਹ ਮੈਂ ਬੇਨਤੀ ਕਰਦਿਆਂ ਸਾਧ ਸੰਗਤ, ਜਿਹਨੂੰ ਅਸੀਂ ਕਹਿੰਦੇ ਆ ਨਾ ਗੁਰਸਿੱਖੀ ਕੀ ਹੈ, ਕਿਉਂਕਿ ਜਿਸ ਰਾਹ ਤੇ ਤੁਰੀਏ ਉਹਦੇ ਕੋਈ ਲੈਸਨ, ਉਹਦੀ ਕੋਈ ਮੰਜ਼ਿਲ, ਉਹਦਾ ਕੋਈ ਮਾਰਗ ਤੇ ਪਤਾ ਹੋਣਾ ਚਾਹੀਦਾ ਨਾ, ਵੀ ਅਸੀਂ ਕਿੱਥੋਂ ਤੁਰੇ, ਮੋੜ ਕਿੱਥੇ ਆਇਆ, ਲੰਘੇ ਕਿੱਧਰੋਂ, ਜਾਣਾ ਕਿੱਧਰ ਹੈ, ਅੱਗੇ ਤੇ ਘਰ ਕਿਹੜਾ ਜਿੱਥੇ ਪਹੁੰਚਣਾ ਹੈ। ਜਿਸ ਪਾਂਧੀ ਨੂੰ ਇਹ ਖਬਰ ਨਹੀਂ ਕਿ ਮੈਂ ਜਾ ਕਿੱਧਰ ਰਿਹਾ, ਉਹ ਪਹੁੰਚੇਗਾ ਕਿੱਥੇ। ਜਿਸ ਧਰਮੀ ਬੰਦੇ ਨੂੰ ਇਹ ਨਹੀਂ ਪਤਾ ਮੈਂ ਪਹੁੰਚਣਾ ਕਿੱਥੇ ਹੈ, ਉਹ ਧਰਮ ਵਿੱਚ ਅੱਗੇ ਕਿਵੇਂ ਵਧੇਗਾ। ਪਤਾ ਹੀ ਨਹੀਂ ਰਾਹ ਦਾ, ਮੋੜ ਦਾ ਹੀ ਨਹੀਂ ਪਤਾ ਕਿੱਧਰੋਂ ਲੰਘਣਾ। ਤੇ ਸਤਿਗੁਰੂ ਨੇ ਦੱਸਿਆ, ਕਹਿਣ ਲੱਗੇ ਸਿੱਖ ਦਾ ਮਾਰਗ ਹੈ ਤੇ ਮੰਜ਼ਿਲ ਵੀ ਹੈ। ਮੰਜ਼ਿਲ ਕਿਵੇਂ ਦੀ? ਕਹਿਣ ਲੱਗੇ ਮਾਰਗ ਤੇ ਇਹ ਹੈ, ਸਵੇਰ ਤੋਂ ਸ਼ਾਮ ਤੱਕ ਮਾਰਗ ਦੱਸ ਦਿੱਤਾ, ਇਹਦੇ ਉੱਤੇ ਤੂੰ ਤੁਰਨਾ, ਆਹ ਤੇਰਾ ਮਾਰਗ ਹੈ। ਗੁਰੂ ਤੇਗ ਬਹਾਦਰ ਸਾਹਿਬ ਵੀ ਅੱਜ ਕਹਿ ਰਹੇ ਨੇ, ਜੇਬਾ ਗੁਣ ਗੋਬਿੰਦ ਭਜੋ, ਕਰਨ ਸੁਣੋ ਹਰ ਨਾਮ। ਸਿੱਖ ਦਾ ਮਾਰਗ ਹੈ ਜਪਣਾ, ਸਿੱਖ ਦਾ ਮਾਰਗ ਹੈ ਬਾਣੀ ਪੜ੍ਹਨੀ, ਸਿੱਖ ਦਾ ਮਾਰਗ ਹੈ ਅੰਮ੍ਰਿਤ ਵੇਲੇ ਜਾਗਣਾ,
सिख दा मार्ग है सेवा करनी, ये सारा मार्ग है, मंजिल नहीं है। ख्याल रखना, मंजिल होर है, इनू मंजिल ना समझ लेना। ये भी बड़ी सोचण वाली गल है। कई बारी असी राह नू मंजिल समझ लेने कि मैं पाठ करना ते मैं सिख पूरा पाठ करना रस्ता है, अजे असी राही हाँ। मंजिल की वो अगे मैं बेनती करांगा, जो बाणी विच है मंजिल उथे जाके आवेगी। ओदे तो पहला ना किते मन लेना मैं पूरा सिख। अजे पढ़दा है, अजे बाणी पढ़दा है, अजे सेवा करदा है, अजे धर्म दे काम कर रहा है, अजे मंजिल ते नहीं पहुंचिया, अजे राह विच है। हाँ, राह ते तुरेगा ते तां ही मंजिल ते जाएगा ना, पर राह नू मंजिल ना समझना किते। असी सारे पांधी हाँ, असी सारे राही हाँ, असी सारे अजे मार्ग ते तुरे हाँ। ते कई बारी भुलेखा पै जांदा है, जदों बंदा मार्ग ते तुरदा तुरदा थक जाए ते उत्थे बैठ जांदा है। ये मन लवे सहजे सहजे आलसी हो गया, ते पता उदों ही लगा जदों उत्थे कहा भी आ ही घर है साडा, रस्तियां विच घर बनाए ने। इसलिए गुरु नानक साहब ने एक बचन कहा, कहन लगे ये संसार जिन्हों तू घर बना के बैठा है, ये ते सजना इस जिंदगी दे राह दे उत्ते बनी हुई एक सराह है। जिवें कोई राह ते तुरीए हनेरा पै जाए ते सड़क दे उत्ते किते सरावां बणियां हुंदियां सन पहलां, हुण होटल ने, उन्हां विच रात कटदे ने लोग, खाना खांदे ने, आराम कर लेंदे, सवेरे फिर तुर पैंदे ने। ये सराह है जिथे तू बैठा, तेरा घर नहीं है। जे तू इनू घर समझ लिया तो तेरी हालात उस राही वाली है जेड़ा सराह दे विच पैर पसार के बैठ गया, पैर अड़ा लए उसने, सराह ते कब्जा कर लिया। फिर जेड़े लोग किसी होटल ते किराए दी चीज ते कब्जा करके बैठ जाते हैं, थोड़े दिन फिर बाद उन्हां नूं धक्के नाल बाहर कढ दिता जाता है, खिच के, जां ते आप ही चले जाते अपने टाइम ते। इस करके कुछ लोग ऐसे जेड़े कुदरत दे नियम दे अनुसार जिउंदे ने, वो अपने आप चले जाते ने, बहुता उन्हां नूं कोई रुकावट नहीं पैंदी जान लग्या। तां ये है मंजिल नूं असी राह नूं घर समझ लिया। पाठ करना, सेवा करनी, पंज ककार पाउणे, ये बड़ा सोहना मार्ग गुरु ने सानू दिता है। मार्ग ते असी जरूर तुरना है, भुलेखा ना पै जाए ये सड़क है, ये राह नहीं, अजे सिरे ते नहीं असी गए। हुण ये सारा मार्ग, हुण मैं मंजिल दी बेनती करां। मंजिल दे अर्थ ने जिथे पहुंच के हुण अगे तुरन दी लोड़ नहीं। वो की है, वो जो भाई गुरदास जी ने कहा कि सिख पढ़दा रहा बाणी, करदा रहा सिमरन, करदा रहा सेवा, ये सब कुछ करदियां करदियां एक दिन इंज लगन लग पिया कि सिख गुरु वर्गा ही हो गया, ਉਹਦੇ वर्गा हो गया। हुण मंजिल आ गई, साफ हो गई ना गल। तुरे कित्थों सी? जदों तुरे सी आपां वखरे सी, गुरु दा सुभाव वखरा सी। जदों तुरे सी उदों मेरियां आदतां होर सन ते गुरु ग्रंथ साहिब दीयां आदतां होर सन। आप जी कहोगे गुरु ग्रंथ साहिब जी दी कोई आदत है? बड़ी वड्डी आदत है उन्हां दी। सारियां आदतां ही ते हैन गुरु ग्रंथ साहिब जी दे विच, सारा सुभाव ही ते है गुरु ग्रंथ साहिब जी दे विच। होर की है? आ गुण किनू कहिंदे ने? गुण किनू क्या? रसना गुण गोबिंद जपो, रसना गुण गोबिंद जेबा गुण गोबिंद भजो। ये गुण की ने? ये गुण ने गुरु दा सुभाव। ते सच्चे पातशाह ने कहा इन्हां गुणां नूं वार-वार कह, जदों तू इन्हां नूं वार-वार कहेगा तेरा मन रब दे गुणां नूं सुनेगा ते गुणां दे विच गुणी विच समा जाएगा। गुण कह गुणी समावणिया, ਉਹਦੇ ਵਿੱਚ तेरी समाई हो जाएगी, ਉਹਦੇ वर्गा तू बन जाएगा, ਵੱਖਰਾ नहीं रहेगा। ਇਹ है साध संगत जी साडी मंजिल। गुरु ग्रंथ साहिब जी दीयां आदतां नूं पहिलां समझीए की ने, महाराज जी दे सुभाਅ नूं पहिलां समझीए।
गुरु ग्रंथ साहिब जी का सुभाव है कि पर का बुरा न राखो चीत, तुमको दुख नहीं भाई मीत। ये है गुरु की आदत, गुरु ग्रंथ साहिब जी का सुभाव। हुण असी अपने वल वेखीए कि मेरे चित्त विच दूजे वास्ते बुरा है कि नहीं। जे मेरे चित्त विच दूजे वास्ते बुरा है तो फिर मेरे ते गुरु विच अजे बड़ी दूरी है, मैनू अजे मंजिल ते जाण वास्ते पंध तय करन दी लोड़ है। मैं अजे सिख कोई नहीं बनिया। ये है मार्ग, ये है मंजिल, साफ दस दिता। जेड़ियां मंजिलां असी समझ लईयां, सब कहते हैं पाया घाट न कोई कहाया। असी क्या हो गए जी पूरे, हो गए जी चढ़दी कला, बस किसी नूं माड़ा जिहा कह दिता उहदी सिर दर्द हट गई, इनू समझ लिया असी हो गए सिरे ते। नहीं, अजे बड़ी दूर आ। वो गल वखरी साध संगत। इसलिए साहब बाणी विच बचन कहंदे, नानक लीन भयो गोबिंद स्यों, ज्यों पानी संग पानी। पानी दे विच पानी पिया ते दोवें एक हो गए। पानी विच लकड़ रखो वखरी रहिंदी, लोहा रखो वखरा रहिंदा। पानी दे विच मिट्टी कुछ भी रख दिओ वखरा रहेगा, पानी विच समाएगा। गुरु दी तक ओ ही गया। मंजिल सानू उदण मिलेगी जिदन साडा सुभाव सच्चे पातशाह गुरु ग्रंथ साहिब वर्गा हो जाएगा। किन्ने सुभाव ने गुरु ग्रंथ साहिब महाराज जी दे विच। एक सुभाव है वो बहुत प्यारा है। वो सुभाव है सदैव प्रेम विच रहना। एक सुभाव है हंकारी अगे झुकना नहीं, ते निमरता जिहड़ा यतीम है उन्होंने दबाउणा नहीं। अब पिछे ही शायद पिछले दीवान विच जां उस तो पिछले विच एक तुक आपां विचारी सी, एक श्लोक गुरु दा सुभाव उहदे विच दस्सिया गया है, जिहदे विच गुरु तेग बहादुर साहब कहंदे, भै काहू को देत नह, नह भै मान त्यान, कौ नानक सुन रे मना, ज्ञानी ताहे बखान। ना किसे नूं डराउंदा है, ना किसे तो डरदा है। एक होर भी सुभाव है रब दा, किन्ने कुने गुरु साहब ने ते कह दिता, तेरे गुण बहुते मैं एक ना जानिया। सुभाव बड़े ने, इन्हां नूं समझिए कि गुरु ग्रंथ साहब जी दे सुभाव की ने। असी उस तरह दा सुभाव करिए, यतन करिए। किसे नूं डराउंदा नहीं गुरु, ते किसे तो डरदा नहीं। ये भी एक सुभाव। एक होर बड़ा सुंदर सुभाव, वो साध संगत जे किते साडे विच आ जाए ते सानू जिंदगी जिउण दी समझ आ जाएगी। ਉਹਦੇ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਕਿ ਰੱਬ ਇੱਕ ਇੱਕ ਜੀਵ ਦਾ ਫਿਕਰ ਵੀ ਕਰਦਾ ਹੈ, ਸਾਰਿਆਂ ਦਾ ਸੰਭਾਲ ਵੀ ਕਰਦਾ ਹੈ, ਉਹਨਾਂ ਦੇ ਹਰ ਇੱਕ ਪੱਖ ਨੂੰ ਸੰਭਾਲਦਾ ਵੀ ਏ ਤੇ ਫਿਰ ਚਿੰਤਾ ਵਿੱਚ ਵੀ ਨਹੀਂ ਪੈਂਦਾ। ਇਹ ਉਹਦਾ ਸੁਭਾਅ ਕਿੰਨਾ ਅਨੋਖਾ ਹੈ। ਅਸੀਂ ਜਾਂ ਤੇ ਕਹਿੰਦੇ ਆ, ਕਈ ਵਾਰੀ ਕਹਿ ਦਿੰਦੇ ਆ ਵੀ ਇਹ ਸਾਰਾ ਕੁਝ ਲਾਓ ਗਲੋਂ ਤੇ ਚਿੰਤਾ ਮੁੱਕੇ ਤੇ ਨਾਮ ਜਪੀਏ। ਇਹ ਵੀ ਸਾਡਾ ਸੁਭਾਅ ਹੈ। ਆਮ ਬੰਦੇ ਦੀ ਇਹ ठीक है। एक कुछ लोग ऐसे ने जिन्हां नूं ये उपराला करना पैंदा, वड्डा काम करन लई छोटियां नूं पासे करना पैंदा। पक्की गल है। भाई गुरदास जी वर्गियां नूं, वो थोड़े ने लोग, सारे नहीं उस तरह दे हो सकते। भाई गुरदास जी वल वेखो, गृहस्थी नहीं, घर परिवार नहीं बनाया, जरूर किसी ने पूछया होवेगा, जरूर किसी ने क्या होवेगा। असी कई बारी ये तो बड़ा जोर दे के कह देने, वेखो 10 पातशाहियां ने भी शादी कराई, बड़ी जरूरी है। उत्थे भाई गुरदास जी सानू भुल गए, उन्होंने कराई। वो कोई सन्यासी नहीं सन कि सन्यास धारण किया सी। उन्होंने किसे पूछया, कहन लगे टाइम ही नहीं लगा, की करिए काम बड़ा सी। ऐसे भी लोग ने, टाइम नहीं लगा, काम सी गुरु नानक दे घर दा। हुण कई बारी बड़े लोग साडे कहिंदे, जे किसी बंदे ने 4 साल अपने माता पिता की सेवा कर लई ते उठ के कहना शुरू कर, धर्म तो यही हुंदा जी, पहला माता पिता की सेवा। चंगी गल करनी चाहिए, बड़ी जरूरी है, पर मैं बेनती करा इनू धर्म ना कहना।
ਇਹ ਫਰਜ਼ ਹੈ ਸੰਸਾਰ ਦਾ। ਧਰਮ ਹੋਰ ਚੀਜ਼ ਹੈ। ਇਹ ਇੱਕ ਚੰਗੀ ਚੀਜ਼ ਹੈ, ਪਰ ਇਹਦਾ ਅਹੰਕਾਰ ਨਾ ਕਰਨਾ। ਕੋਈ ਵੀ ਕੰਮ ਹੈ ਸੰਸਾਰ ਦਾ, ਭਾਈ ਗੁਰਦਾਸ ਜੀ ਨੇ ਛੱਡਿਆ, ਉਹ ਕੰਮ ਉਹਨਾਂ ਨੇ ਕਰਨਾ ਸੀ। ਤੇ ਮੈਂ ਕਈ ਵਾਰੀ ਸੋਚਣਾ ਵੀ ਉਹਨਾਂ ਨੇ ਠੀਕ ਹੀ ਫੈਸਲਾ ਲੈ ਲਿਆ। ਉਹਨਾਂ ਨੇ ਜਿਹੜਾ ਇਸ ਸਮੇਂ ਨੂੰ, ਸਾਰੇ ਜੀਵਨ ਨੂੰ ਉਧਰ ਲਾ ਦਿੱਤਾ। ਜੇ ਉਹ ਗ੍ਰਸਤੀ ਹੁੰਦੇ, ਸਾਧ ਸੰਗਤ 500 ਦੇ ਕਰੀਬ ਕਵਿਤ ਲਿਖੇ ਨੇ ਉਹਨਾਂ ਨੇ। ਇੰਨੀਆਂ ਹੀ ਵਾਰਾਂ ਦੇ ਵਿੱਚ ਪੌੜੀਆਂ ਇਸ ਤੋਂ ਵੀ ਜ਼ਿਆਦੀਆਂ ਨੇ। ਕਿੰਨੀ ਮਿਹਨਤ, ਕਈ ਸਾਲਾਂ ਦੀ ਉਹਨਾਂ ਨੇ ਲਿਖੇ ਨੇ। ਆਪ ਸਿਰਜਣਾ ਕੀਤੀ ਹੈ। ਸਾਧ ਸੰਗਤ ਸਾਡੇ ਤੋਂ ਸਾਰੇ ਪੜ੍ਹੇ ਵੀ ਨਹੀਂ ਜਾਂਦੇ ਹੋ, ਕਿੰਨੀ ਮਿਹਨਤ ਹੋਵੇਗੀ। ਤੇ ਜੇ ਭਾਈ ਗੁਰਦਾਸ ਜੀ ਗ੍ਰਸਤੀ ਹੁੰਦੇ, ਇਧਰੋਂ ਉਹਨਾਂ ਨੇ ਕਵਿਤ ਸ਼ੁਰੂ ਕਰਨਾ ਸੀ, ਇਧਰੋਂ ਪਿੱਛੋਂ ਆਵਾਜ਼ ਆਉਣੀ ਸੀ ਜੀ, ਫੀਸ ਭਰ ਕੇ ਆਓ ਜੀ, ਚੀਨੀ ਖਤਮ ਹੋ ਗਈ, ਦਾਲ ਖਤਮ ਹੋ ਗਈ, ਤੁਹਾਨੂੰ ਤੇ ਕੰਮ ਹੀ ਰਹਿੰਦਾ ਦਿਨ ਰਾਤ। ਇਹ ਵਿਹਲੇ ਲੋਕ ਨੇ ਸਾਰੇ, ਇਹਦੇ ਵਿੱਚੋਂ ਕੋਈ ਨਿਕਲਦਾ ਹੈ? ਕੀ ਕਰਦੇ ਹੋ ਇਕੱਠੇ ਹੋ ਕੇ? ਇਹ ਸਭ ਕੁਝ ਨਹੀਂ ਸੀ ਹੋਣਾ। ਫਿਰ ਸਾਧ ਸੰਗਤ ਉਹ ਕੁਝ ਨਾ ਕੁਝ ਜ਼ਰੂਰ ਵਿੱਚ ਰਹਿ ਜਾਂਦਾ। ਇਸ ਕਰਕੇ ਉਹਨਾਂ ਨੇ ਕਿਤੇ ਪਹਿਲਾਂ ਹੀ ਫੈਸਲਾ ਲੈ ਲਿਆ ਵੀ ਕੰਮ ਕਰਨਾ, ਹੋਰ ਕੋਈ ਵਿਰੋਧ ਵਿੱਚ ਨਹੀਂ ਹੋ। ਇਹ ਨਹੀਂ ਕਹਿੰਦੇ ਵੀ ਇਹ ਛੱਡੋ। ਇਸ ਤਰ੍ਹਾਂ ਦੇ ਵੱਖਰੇ ਵੱਖਰੇ ਮੇਰੇ ਸਤਿਗੁਰਾਂ ਨੇ ਦੱਸਿਆ ਵੀ ਰੱਬ ਦੇ ਕਈ ਤਰ੍ਹਾਂ ਦੇ ਸੁਭਾਅ ਨੇ। ਕਦੀ ਉਹ ਕਿਸੇ ਵਿੱਚ ਕਿਸ ਤਰ੍ਹਾਂ ਦਾ ਵਰਤਦਾ ਹੈ, ਕਦੀ ਕਿਸੇ ਵਿੱਚ ਕਿਸ ਤਰ੍ਹਾਂ ਦਾ ਵਰਤਦਾ ਹੈ। ਉਹਦੇ ਵਿੱਚ ਇਹ ਵੀ ਸੁਭਾਅ ਹੈ ਕਿ ਸਾਰਿਆਂ ਦੀ ਪਾਲਣਾ ਕਰਦਾ ਹੈ, ਸਾਰਿਆਂ ਦੀ ਚਿੰਤਾ ਕਰਦਾ ਹੈ, ਤੇ ਫਿਰ ਵੀ ਚਿੰਤਾ ਵਿੱਚ ਨਹੀਂ ਪੈਂਦਾ। ਚਿੰਤ ਅਚਿੰਤਾ, ਸੋਚ ਅਸੋਚਾ, ਇਹ ਉਹਦਾ ਸੁਭਾਅ ਹੈ। ਚਿੰਤਾ ਕਰਦੇ ਵੀ ਰਹਿਣਾ ਤੇ ਆਪ ਚਿੰਤਾ ਵਿੱਚ ਨਹੀਂ ਪੈਣਾ। ਹੈ ਬੜਾ ਔਖਾ, ਕਿਸੇ ਕਿਸੇ ਦੇ ਵਿੱਚ ਇਹ ਆਉਂਦਾ ਹੈ। ਚਿੰਤਾ ਵੀ ਕਰਨੀ, ਚਿੰਤਾ ਤੋਂ ਰਹਿਤ ਵੀ ਰਹਿਣਾ। ਇਹ ਬੜੀ ਕਿਰਪਾ, ਇਹ ਸੁਭਾਅ ਰੱਬ ਦਾ, ਗੁਰੂ ਦਾ। ਸੋਚਣਾ ਵੀ ਤੇ ਸੋਚ ਤੋਂ ਵੀ ਰਹਿਤ ਰਹਿਣਾ, ਸੋਚ ਤੋਂ ਪ੍ਰਭਾਵੀ ਨਾ ਹੋਣਾ। ਇਹਨੂੰ ਤੇ ਕਹਿੰਦੇ ਨੇ ਬੰਦਾ ਜੀਵਨ ਮੁਕਤ ਹੋ ਗਿਆ। ਇਹਦੇ ਉੱਤੇ ਇਹਦੀ ਜ਼ਿੰਦਗੀ ਦੇ ਕਿਸੇ ਕਰਮ ਦਾ ਹੁਣ ਕੋਈ ਪ੍ਰੈਸ਼ਰ ਨਹੀਂ, ਕੋਈ ਪ੍ਰਭਾਵ ਨਹੀਂ। ਬਾਹਰੋਂ ਬਾਹਰ ਖੇਡੀ ਜਾਂਦਾ, ਅੰਦਰੋਂ ਅੰਦਰਲੇ ਪਾਸੇ ਖੇਡੀ ਜਾਂਦਾ। ਇਹਦੀ ਜੀਵਨ ਦੀ ਗੇਮ ਜਿਹੜੀ ਡਬਲ ਹੋ ਗਈ, ਦੋਵਾਂ ਪਾਸੇ ਖੇਡਦਾ। ਇਧਰ ਸੰਸਾਰ ਵਿੱਚ ਖੇਡੀ ਜਾਂਦਾ ਹੈ, ਇਧਰ ਦੂਸਰੇ ਪਾਸੇ ਨਿਰੰਕਾਰ ਦੇ ਘਰ ਵਿੱਚ ਉਧਰ ਜੁੜਿਆ ਹੋਇਆ। ਤਾਂ ਇਸ ਤਰ੍ਹਾਂ ਦਾ ਇਹ ਸੁਭਾਅ ਨੇ। ਸਾਧ ਸੰਗਤ, ਮੈਂ ਜਿਹੜਾ ਵਿਸ਼ਾ ਥੋੜਾ ਜਿਹਾ ਤੁਹਾਡੇ ਨਾਲ ਅੱਗੇ ਲੰਮਾ ਖਿੱਚ ਕੇ ਲੈ ਗਿਆ, ਉਹ ਇਹ ਸੀ, ਸਿੱਖ ਹੈ ਜਿੱਥੋਂ ਸ਼ੁਰੂ ਕਰਨੇ ਆ, ਅਸੀਂ ਤੁਰ ਸ਼ੁਰੂ ਕਰਨੇ ਆ, ਉਦੋਂ ਸਾਡੇ ਵਿੱਚ ਆਪਣੇ ਸੁਭਾਅ ਨੇ। ਤੇ ਦੂਸਰੇ ਪਾਸੇ ਮੰਜ਼ਿਲ ਹੈ ਜਿਹੜੀ ਸਾਨੂੰ ਮਰਿਆਦਾ ਦਿੱਤੀ ਸੱਚੇ ਪਾਤਸ਼ਾਹ ਵੀ ਇਹ ਕਰੋ। ਤੇ ਮੰਜ਼ਲ ਉਹਦੇ ਤੋਂ ਪਹਿਲਾਂ ਨਾ ਸਮਝਣਾ ਜਿੱਦਣ ਸਿੱਖ ਗੁਰੂ ਵਰਗਾ ਹੀ ਨਾ ਹੋ ਜਾਏ। ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਹਰ ਹਰ ਜਨ ਦੋ ਏਕ ਹੈ, ਬਿਬ ਵਿਚਾਰ ਕਿਛ ਨਾਏ। ਭੁਲੇਖਾ ਹੀ ਪਵੇ ਤਾਂ ਸਵਾਦ ਆਉਂਦਾ ਹੈ। ਬਿਲਕੁਲ ਉਸੇ ਤਰ੍ਹਾਂ ਦਾ। ਇਸ ਕਰਕੇ ਸਾਧ ਸੰਗਤ, ਇੱਕ ਸਿੱਖੀ ਸਿੱਖੀ ਜਾਂਦੀ ਏ, ਗੱਲਾਂ ਸੁਣ ਕੇ ਸਮਝੀ ਜਾਂਦੀ ਏ। ਇੱਕ ਜਦੋਂ ਸਿੱਖ ਗੁਰੂ ਦੇ ਘਰ ਵਿੱਚ ਹੁਕਮ ਮੰਨਦਿਆਂ ਮੰਨਦਿਆਂ ਜਨਮ ਲੈ ਲੈਂਦਾ ਨਾ, ਤੇ ਉਹਨੂੰ ਸਿਖਾਉਣਾ ਨਹੀਂ ਪੈਂਦਾ, ਉਹ ਅੰਦਰੋਂ ਹੀ ਉਹਦੇ ਗੁਰੂ ਵਾਲਾ ਸੁਭਾਅ ਪ੍ਰਗਟ ਹੋ ਜਾਂਦਾ। ਆ ਤੁਸੀਂ ਕਈ ਵਾਰੀ ਵੇਖੋਗੇ ਨਾ ਵੀ ਇੱਕ ਪਿਤਾ ਹੈ ਤੇ ਉਹਦੇ ਘਰ ਪੁੱਤਰ ਨੇ ਜਨਮ ਲਿਆ, ਤੇ ਅਸੀਂ ਕਈ ਵਾਰੀ ਕਹਿੰਦੇ ਆ ਇਹਦਾ ਸੁਭਾਅ ਇਹਦੇ ਪਿਤਾ ਤੇ ਗਿਆ ਹੈ, ਇਹਦੇ ਬਾਪ ਤੇ ਗਿਆ, ਜਾਂ ਅਸੀਂ ਕਹਿੰਦੇ ਆ ਇਹਦਾ ਸੁਭਾਅ ਇਹਦੀ ਮਾਤਾ ਤੇ ਗਿਆ ਹੈ। ਹੁਣ ਦੱਸੋ ਬਈ ਉਸ ਨੂੰ ਸਿਖਾਇਆ ਨਹੀਂ ਪਿਤਾ ਨੇ ਵੀ ਇਸ ਤਰ੍ਹਾਂ ਕਰੀਦਾ ਹੈ। ਸੁਭਾਅ ਸਿਖਾਏ ਨਹੀਂ ਜਾਂਦੇ, ਸੁਭਾਅ ਅੰਦਰੋਂ ਉੱਗਦੇ ਨੇ, ਅੰਦਰੋਂ ਪੈਦਾ ਹੁੰਦੇ ਨੇ। ਪਿਤਾ ਵਰਗਾ ਸੁਭਾਅ ਹੋ ਗਿਆ, ਪਿਤਾ ਤੇ ਗਿਆ। ਅਸੀਂ ਕਹਿੰਦੇ ਆ ਪਿਤਾ ਬੜਾ ਚੰਗਾ ਹੈ, ਚਲੋ ਪੁੱਤਰ ਉਹਦੇ ਵਰਗਾ ਹੈ, ਉਹਦੇ ਵਰਗਾ ਹੋ ਗਿਆ। ਪਿਤਾ ਵਿੱਚੋਂ ਪੈਦਾ ਹੋਇਆ ਹੈ। ਸਾਧ ਸੰਗਤ, ਅਸਲੀ ਸਿੱਖੀ ਤੇ ਪੈਦਾ ਹੀ ਉਦਣ ਬਣਦੀ ਉਦਣ ਹੈ ਜਿੱਦਣ ਸਿੱਖ ਗੁਰੂ ਦਾ ਹੁਕਮ ਮੰਨੀ ਜਾਏ, ਗੁਰੂ ਦੇ ਹੁਕਮ ਵਿੱਚ ਤੁਰਦਾ ਰਹੇ
ਤੇ ਇੱਕ ਦਿਨ ਉਹਦਾ ਜਨਮ ਹੋ ਜਾਏ ਗੁਰੂ ਨਾਨਕ ਕਲਗੀਆਂ ਵਾਲੇ ਦੇ ਘਰ ਵਿੱਚ, ਫਿਰ ਉਹਨੂੰ ਗਿਆਨ ਬਾਹਰੋਂ ਨਹੀਂ ਸਿੱਖਣਾ ਪੈਂਦਾ, ਕਿਉਂਕਿ ਉਹਦਾ ਸੁਭਾਅ ਆਪਣੇ ਗੁਰੂ ਤੇ ਚਲਾ ਗਿਆ, ਉਹਦੇ ਵਰਗਾ ਹੀ ਦਿਸਣ ਲੱਗ ਪਿਆ। ਆਮ ਹੀ ਅਸੀਂ ਇਸ ਸਮਾਜ ਵਿੱਚ ਵਰਤਨੇ ਆ, ਫਲਾਣੇ ਦਾ ਲੜਕਾ ਬਿਲਕੁਲ ਉਸੇ ਤਰ੍ਹਾਂ ਦਾ ਹੀ ਹੈ। ਸਿੱਖ ਹੋਵੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ, ਉਹਦੇ ਵਰਗੀਆਂ ਆਦਤਾਂ ਕਿਉਂ ਨਾ ਹੋਣ, ਉਹਦੇ ਵਰਗਾ ਸੁਭਾਅ ਕਿਉਂ ਨਾ ਹੋਵੇ, ਉਹ ਸਾਧ ਸੰਗਤ ਭੇਡ ਨਹੀਂ ਬਣਦਾ। ਫਿਰ ਉਹਦਾ ਸੁਭਾਅ ਉਹਦੇ ਗੁਰੂ ਤੇ ਗਿਆ। ਇਸ ਕਰਕੇ ਇਸ ਵਿਸ਼ੇ ਨੂੰ ਆਪਾਂ ਇਸ ਥਾਂ ਤੇ ਹੀ ਸਮਝਣ ਦਾ ਯਤਨ ਕਰਾਂਗੇ ਕਿ ਇੱਕ ਮੰਜ਼ਿਲ ਹੈ ਤੇ ਇੱਕ ਮਾਰਗ ਹੈ। ਪਾਠ ਕਰਨਾ, ਗੁਰਦੁਆਰੇ ਆਉਣਾ, ਸੇਵਾ ਕਰਨੀ ਮੰਜ਼ਿਲ ਹੈ, ਮੰਜ਼ਿਲ ਨਹੀਂ ਮਾਰਗ ਹੈ। ਮਾਰਗ ਤੇ ਜਾ ਰਹੇ ਹਾਂ ਤੇ ਮੰਜ਼ਿਲ ਉਦਣ ਆਉਣੀ ਹੈ ਜਿੱਦਣ ਉਸ ਤਰ੍ਹਾਂ ਦੇ ਸੁਭਾਅ ਬਣ ਗਏ। ਤੇ ਵਿਸ਼ਾ ਮੈਂ ਲੈ ਰਿਹਾ ਸੀ, ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰੂ ਹੈ ਗੋਰ ਕਬਰ, ਤੇ ਸਿੱਖ ਗੁਰੂ ਆਪਣੇ ਸਿੱਖ ਨੂੰ ਆਪਣੇ ਵਰਗਾ ਕਰ ਲੈਂਦਾ, ਬਿਲਕੁਲ ਉਹਦੇ ਵਰਗਾ ਹੀ ਬਣਾ ਲੈਂਦਾ, ਛੱਡਦਾ ਨਹੀਂ ਉਹਨਾਂ ਚਿਰ ਉਹਨੂੰ ਚੋਟਾਂ ਹੀ ਮਾਰੀ ਜਾਂਦਾ, ਉਹਨਾਂ ਚਿਰ ਉਹਨੂੰ ਭਾਵੇਂ ਕਿਵੇਂ ਕਰੇ, ਦੁੱਖ ਦੇ ਕਿ ਸੁੱਖ ਦੇ, ਜੋ ਵੀ ਕਰੇ ਉਹਨਾਂ ਚਿਰ ਉਹਨੂੰ ਨਹੀਂ ਬਖਸ਼ਦਾ ਜਿੰਨਾ ਚਿਰ ਆਪਣੇ ਵਰਗਾ ਨਹੀਂ ਬਣਾ ਲੈਂਦਾ। ਇਸ ਕਰਕੇ ਜਿੱਦਣ ਆਪਣੇ ਵਰਗਾ ਬਣਾਇਆ ਉਦਣ ਮੰਜ਼ਲ ਆ ਗਈ। ਇਹ ਗੁਣ ਹੈ ਗੁਰੂ ਦਾ, ਇਹ ਗੁਣ ਹੈ ਗੁਰਬਾਣੀ ਦਾ। ਗੁਰਬਾਣੀ ਦੇ ਵਿੱਚ ਜਿੰਨੇ ਮਨ ਜੋੜਿਆ, ਸਹਿਜੇ ਸਹਿਜੇ ਉਹਦੇ ਵਰਗੇ ਹੁੰਦਾ ਗਿਆ ਜੀਵਨ। ਤੇ ਦੂਜਾ ਗੁਣ ਹੈ ਸਿੱਖ ਦਾ, ਕੱਲੇ ਗੁਰੂ ਦਾ ਨਹੀਂ। ਇਹ ਵੀ ਖਿਆਲ ਰੱਖਣਾ, ਖੇਡ ਤਾਂ ਖੇਡੀ ਜਾਏਗੀ, ਕੁਸ਼ਤੀ ਤਾਂ ਹੋਵੇਗੀ, ਪਹਿਲਵਾਨ ਦੋ ਨੇ, ਇੱਕ ਨਹੀਂ। ਕਿਵੇਂ ਚੱਲੇਗਾ ਇਸ ਤਰ੍ਹਾਂ ਕੱਲੇ ਗੁਰੂ ਵੱਲੋਂ? ਜੇ ਗੁਰੂ ਦਾ ਸੁਭਾਅ ਕਬਰ ਵਾਲਾ ਹੈ ਕਿ ਉਹ ਸਿੱਖ ਨੂੰ ਆਪਣੇ ਵਰਗਾ ਕਰਦੀ ਹੈ, ਮਿੱਟੀ ਬਣਾ ਲੈਂਦੀ ਹੈ ਮੁਰਦੇ ਨੂੰ, ਤੇ ਦੂਜੇ ਪਾਸੇ ਸਿੱਖ ਦਾ ਸੁਭਾਅ ਵੀ ਮੁਰਦੇ ਵਰਗਾ ਹੋਣਾ ਚਾਹੀਦਾ ਹੈ। ਸਿੱਖ ਗੁਰੂ ਕੋਲ ਇਸ ਤਰ੍ਹਾਂ ਜਾਏ ਜਿਵੇਂ ਮੁਰਦਾ ਕਬਰ ਵਿੱਚ ਜਾਂਦਾ ਹੈ। ਹੁਣ ਕੋਈ ਹਿਲਜੁਲ ਨਹੀਂ ਹੈ, ਜਿੱਥੇ ਸਿੱਟਿਆ ਉੱਥੇ ਹੀ ਪਿਆ ਹੈ, ਉੱਥੇ ਹੀ ਡਿੱਗਾ ਹੋਇਆ ਹੈ, ਉਹਦਾ ਹੱਥ ਪੈਰ ਵੀ ਨਹੀਂ ਹਲਦਾ। ਨਾ ਉਸ ਨੂੰ ਇਹ ਫਿਕਰ ਹੁਣ ਕਿ ਕੋਈ ਨਾ ਮੈਨੂੰ ਦੇਖੇ, ਨਾ ਕਿਤੇ, ਨਾ ਉਸਤਤ, ਨਾ ਨਿੰਦਿਆ, ਨਾ ਠੰਡ, ਨਾ ਗਰਮੀ, ਕੁਝ ਵੀ ਨਹੀਂ। ਸੇਵਕ ਬਣਦਾ ਹੈ, ਕੋਈ ਵੀ ਉਹਦੇ ਜੀਵਨ ਦੀ ਕੋਈ ਮੰਗ ਨਹੀਂ, ਕੋਈ ਚੁਆਇਸ ਨਹੀਂ, ਕੋਈ ਇੱਛਾ ਨਹੀਂ, ਬਸ ਵਿੱਚ ਪੈ ਗਿਆ, ਡਿੱਗਾ ਹੋਇਆ ਹੈ। ਠੰਡ ਗਰਮੀ ਸਰੀਰ ਤੇ ਸਹਾਰੀ ਜਾਂਦਾ ਹੈ, ਕੋਈ ਪਰਵਾਹ ਹੀ ਨਹੀਂ, ਪਤਾ ਹੀ ਨਹੀਂ ਠੰਡ ਕਦੋਂ ਆਈ, ਗਰਮੀ ਕਦੋਂ ਆਈ। ਇਸ ਤਰ੍ਹਾਂ ਹੈ ਉਹ। ਤੇ ਜਿਸ ਦਿਨ ਸਿੱਖ ਇਸ ਤਰ੍ਹਾਂ ਗੁਰੂ ਕੋਲ ਆਪਣਾ ਆਪ ਸਮਰਪਿਤ ਕਰ ਦਿੰਦਾ ਹੈ, ਉਹਦੀ ਕੋਈ ਮਨ ਮਰਜ਼ੀ ਨਹੀਂ ਬਚਦੀ, ਉਹਦੀ ਕੋਈ ਹੋਂਦ ਨਹੀਂ ਰਹਿੰਦੀ। ਅਗਲੀ ਘਟਨਾ ਸਾਧ ਸੰਗਤ ਤਾਂ ਵਰਤਦੀ ਏ। ਤੁਸੀਂ ਕਦੀ ਵੇਖਿਆ ਵੀ ਜਿਉਂਦਾ ਬੰਦਾ ਕਬਰ ਵਿੱਚ ਪਿਆ ਹੋਵੇ? ਜਿਉਂਦਾ ਬੰਦਾ ਕਬਰ ਦਾ ਸਾਥੀ ਕਿਵੇਂ ਬਣੇਗਾ? ਉਹਨੂੰ ਜੇ ਲੱਤ ਪੈਰ ਜੋੜ ਕੇ ਅੰਦਰ ਸਿੱਟ ਵੀ ਦਿਓ ਤੇ ਕੀ ਕਰੇਗਾ? ਕਬਰ ਨੂੰ ਤੋੜ ਕੇ ਨਿਕਲ ਜਾਏਗਾ, ਭੱਜ ਜਾਏਗਾ। ਉਹਦੇ ਵਿੱਚ ਕਬਰ ਨਾਲ ਸੰਬੰਧ ਜੋੜਨ ਵਾਲੇ ਗੁਣ ਹੀ ਨਹੀਂ ਹਨ। ਜਿਹੜਾ ਆਦਮੀ ਅਜੇ ਆਪਣੇ ਮਨ ਨੂੰ ਜਿਉਂਦਾ ਰੱਖਣਾ ਚਾਹੁੰਦਾ ਹੈ, ਆਪਣੇ ਹੰਕਾਰ ਨੂੰ ਜਿਉਂਦਾ ਰੱਖਣਾ ਚਾਹੁੰਦਾ ਹੈ, ਉਹਦਾ ਗੁਰੂ ਨਾਲ ਕੋਈ ਸੰਪਰਕ ਨਹੀਂ ਹੋ ਸਕਦਾ। ਜਿਵੇਂ ਮੁਰਦੇ ਤੋਂ ਬਿਨਾਂ ਕਬਰ ਨਾਲ ਸੰਬੰਧ ਨਹੀਂ ਹੋ ਸਕਦਾ ਹਿਲਦੇ ਜੁਲਦੇ ਆਦਮੀ ਦਾ। ਇਸ ਕਰਕੇ ਜਿਨ੍ਹਾਂ ਹੰਕਾਰ ਨੂੰ ਮੁਰਦਾ ਕਰ ਦਿੱਤਾ ਹੈ, ਖਤਮ ਕਰ ਦਿੱਤਾ ਹੈ, ਉਹ ਪ੍ਰਵਾਨ ਹੋਏ। ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੇ ਜੀਵਨ ਵਿੱਚ ਇੱਕ ਗੁਰਸਿੱਖ ਆਉਂਦਾ ਹੈ, ਬਿਲਕੁਲ ਇਸੇ ਤਰ੍ਹਾਂ ਦਾ ਜਿਵੇਂ ਮੈਂ ਆਪ ਜੀ ਨਾਲ ਸਾਂਝਾ ਕਰ ਰਿਹਾ। ਗੁਰੂ ਕੋਲ ਆਇਆ ਤੇ ਪਹਿਲਾ ਫਰਜ਼ ਉਹਨੇ ਪੂਰਾ ਕਰ ਦਿੱਤਾ। ਪਹਿਲਾ ਫਰਜ਼, ਦੋ ਨੇ ਕੰਮ। ਸਿੱਖ ਵਾਲਾ ਫਰਜ਼ ਉਸ ਸਿੱਖ ਨੇ ਪੂਰਾ ਕਰ ਦਿੱਤਾ। ਉਹ ਫਰਜ਼ ਕਿਹੜਾ ਸੀ ਕਿ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਦੀਵਾਨ ਸਜਦਾ ਹੈ, ਉੱਥੇ ਸਾਧ ਸੰਗਤ ਮਿੱਟੀ ਹੈ ਰੇਤਲੀ, ਦਿਨ ਨੇ ਗਰਮੀ ਦੇ, ਤਪਸ਼ ਪੈਂਦੀ ਏ। ਤੇ ਉਸ ਸਿੱਖ ਨੇ ਵੇਖਿਆ ਵੀ ਇੱਥੇ ਗੁਰਸਿੱਖ ਆ ਕੇ ਬਹਿੰਦੇ, ਸੰਗਤ ਬੈਠਦੀ, ਕੀਰਤਨ ਹੁੰਦਾ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਤਖਤ ਤੇ ਬਿਰਾਜਮਾਨ ਹੁੰਦੇ ਨੇ, ਕਿਉਂ ਨਾ ਇਸ ਥਾਂ ਨੂੰ ਮੈਂ ਠੰਡਾ ਕਰ ਦਿਆਂ।
ਸਵੇਰੇ ਉੱਠਣਾ, ਅੰਮ੍ਰਿਤ ਵੇਲੇ ਘੜਾ ਚੁੱਕ ਲੈਣਾ ਸਿਰ ਤੇ। ਪਾਣੀ ਨਹੀਂ ਸੀ ਲੱਭਦਾ ਉਸ ਇਲਾਕੇ ਵਿੱਚ, ਥਾਂ ਥਾਂ ਤੋਂ ਪਾਣੀ ਲੱਭਣਾ, ਲਿਆਉਣਾ ਤੇ ਛਿੜਕਦੇ ਰਹਿਣਾ। ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਰਹਿੰਦੇ ਸਨ ਉਹਦਾ ਆਲਾ ਦੁਆਲਾ ਜਦੋਂ ਹਜ਼ੂਰ ਨੇ ਦੀਵਾਨ ਵਿੱਚ ਆਉਣਾ ਤੇ ਆਉਂਦਿਆਂ ਨੂੰ ਉਸ ਇਲਾਕੇ ਵਿੱਚ ਜਦੋਂ ਨਿਕਲਣਾ ਤੇ ਇੰਜ ਲੱਗਣਾ ਜਿਵੇਂ ਮੀਂਹ ਪਿਆ ਹੁੰਦਾ ਹੈ, ਜਿਵੇਂ ਬਾਰਿਸ਼ ਹੋਈ ਹੁੰਦੀ ਹੈ। ਇੱਕ ਦਿਨ ਸਤਿਗੁਰੂ ਆਏ, ਗੁਰੂ ਤੇਗ ਬਹਾਦਰ ਸਾਹਿਬ ਜੀ ਆਏ ਤੇ ਉਹਨਾਂ ਨੇ ਲੰਘਦਿਆਂ ਲੰਘਦਿਆਂ ਨਾਲ ਦੇ ਗੁਰਸਿੱਖਾਂ ਨੂੰ ਇੱਕ ਸਵਾਲ ਕੀਤਾ। ਕਹਿਣ ਲੱਗੇ, ਬੱਦਲ ਆਕਾਸ਼ ਵਿੱਚ ਕੋਈ ਨਹੀਂ, ਮੀਂਹ ਕਿਵੇਂ ਪੈ ਗਿਆ? ਬਾਰਿਸ਼ ਤੇ ਕਿਤੇ ਹੋਈ ਦਿਸਦੀ ਨਹੀਂ, ਇੱਥੇ ਇੰਜ ਲੱਗਦਾ ਜਿਵੇਂ ਬਾਰਿਸ਼ ਹੋ ਗਈ। ਕੀ ਗੱਲ ਬਣ ਗਈ? ਕੌਣ ਹੈ? ਧਿਆਨ ਦਿਓ, ਇਹ ਮੀਂਹ ਕਿਵੇਂ ਪਿਆ ਹੈ? ਤੇ ਇੱਕ ਸਿੱਖ ਨੇ ਬੇਨਤੀ ਕੀਤੀ, ਮਹਾਰਾਜ ਮੀਂਹ ਨਹੀਂ ਪਿਆ, ਇਹ ਤੁਹਾਡਾ ਇੱਕ ਸੇਵਕ ਹੈ, ਉਹ ਸਵੇਰੇ ਉੱਠਦਾ, ਜਿਉਂ ਪਾਣੀ ਦੀ ਕਰਨ ਲੱਗਦਾ ਸੇਵਾ, ਪਾਣੀ ਛਿੜਕ ਛਿੜਕ ਕੇ ਇਸ ਤਰ੍ਹਾਂ ਮਿੱਟੀ ਬਿਠਾ ਦਿੰਦਾ, ਇਸ ਤਰ੍ਹਾਂ ਇੰਨੀ ਸੇਵਾ ਕਰਦਾ ਹੈ। ਸਤਿਗੁਰੂ ਬੜੇ ਖੁਸ਼ ਹੋਏ, ਕਹਿਣ ਲੱਗੇ, ਮਿਲਾਓ ਕਿੱਥੇ ਹੈ? ਬੁਲਾ ਕੇ ਲਿਆਂਦਾ। ਇਤਿਹਾਸਕਾਰਾਂ ਨੇ ਉਹਦਾ ਨਾਮ ਭਾਵੇਂ ਹੋਰ ਵੀ ਕੁਝ ਕਿਹਾ, ਪਰ ਭਾਈ ਮੀਹਾਂ ਪ੍ਰਚਲਿਤ ਹੋਇਆ। ਜਦੋਂ ਆਇਆ, ਨਮਸਕਾਰ ਕੀਤੀ। ਹਜ਼ੂਰ ਕਹਿੰਦੇ, ਬਈ ਇਹ ਬਹੁਤ ਵੱਡੀ, ਤੂੰ ਇਹ ਪਾਣੀ ਕਿੱਥੋਂ ਲਿਆਉਣਾ ਹੈ? ਕਹਿਣ ਲੱਗੇ, ਮਹਾਰਾਜ ਇਹ ਛੋਟਾ ਜਿਹਾ ਯਤਨ ਹੈ, ਤੁਸੀਂ ਜਿੱਥੋਂ ਲੰਘਦੇ ਹੋ 4 ਬੂੰਦਾਂ ਡਿੱਗੀਆਂ ਹੋਣ, ਕਿਤੇ ਮੇਰੀ ਵੀ ਜ਼ਿੰਦਗੀ ਵਿੱਚ ਠੰਡ ਪੈ ਜਾਏਗੀ। ਅੱਜ ਕੱਲ੍ਹ ਕਈ ਲੋਕ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਪਾਣੀ ਛਿੜਕਣ ਨੂੰ ਵੀ ਮਨਮਤ ਕਹਿਣ ਲੱਗ ਪਏ। ਉਹ ਕਹਿੰਦੇ ਇਹ ਮਨ ਦੀ ਮੱਤ ਹੈ। ਗੁਰੂ ਦੀ ਸੇਵਾ ਕਦੀ ਮਨ ਦੀ ਮੱਤ ਹੁੰਦੀ ਹੈ? ਖਿਆਲ ਰੱਖਣਾ। ਵੈਸੇ ਮੈਂ ਬਹੁਤਾ ਨਾ ਕਵਾਂ, ਇਸ ਤਰ੍ਹਾਂ ਦੇ ਲੋਕ ਵੀ ਸੁਣਦੇ ਨੇ ਬੜੀ ਬੜੀ ਦੂਰ, ਉਹ ਛੋਟੀ ਜਿਹੀ ਗੱਲ ਸੁਣਨ ਤੋਂ ਬਾਅਦ ਛੱਡ ਜਾਂਦੇ, ਪਰ ਪੂਰਾ ਸੁਣਨਾ, ਖਿਆਲ ਰੱਖਣਾ। ਇੱਕ ਖਿਆਲ ਰੱਖੀਏ, ਗੁਰੂ ਨੂੰ ਕਾਹਦੀ ਲੋੜ? ਗੁਰੂ ਨੂੰ ਕੋਈ ਜ਼ਰੂਰਤ ਨਹੀਂ, ਨਾ ਉਹਨੂੰ ਅੱਗੇ ਪਾਣੀ ਛਿੜਕਾਉਣ ਦੀ ਜ਼ਰੂਰਤ ਹੈ। ਪਰ ਜੇ ਕੋਈ ਪਿਆਰ ਨਾਲ ਗੁਰੂ ਅੱਗੇ ਪਾਣੀ ਛਿੜਕੇਗਾ ਨਾ ਸਾਧ ਸੰਗਤ, ਕੋਈ ਫੁੱਲ ਬਖੇਰ ਦੇਗਾ ਤੇ ਮਨ ਮਤ ਨਹੀਂ ਹੋ, ਉਹਦੇ ਨਾਲ ਭਾਵਨਾ ਵੱਧਦੀ ਏ। ਇੱਕ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਪੁੱਛਦੇ ਨੇ, ਜੀ ਇਹਦਾ ਵਿਗਿਆਨ ਦੱਸੋ ਕੀ ਹੈ? ਵਿਗਿਆਨ ਠੀਕ ਹੈ ਹੁੰਦਾ, ਕੁਝ ਚੀਜ਼ਾਂ ਸਮਝ ਨਾਲ ਸੰਬੰਧਿਤ ਨੇ, ਇਹਦਾ ਵੀ ਵਿਗਿਆਨ ਹੈ। ਹੋਰ ਕੁਝ ਵੀ ਨਾ ਹੋਵੇ, ਤੁਸੀਂ ਪਾਣੀ ਲੈ ਕੇ ਤੁਰੋ, ਗੁਰੂ ਗ੍ਰੰਥ ਸਾਹਿਬ ਜੀ ਜਾ ਰਹੇ ਨੇ, ਇੱਕ ਜਣਾ ਛਤਰ ਲੈ ਕੇ ਤੁਰਦਾ, ਇੱਕ ਫੁੱਲ ਲੈ ਕੇ ਖੜਾ, ਜਿੱਥੋਂ ਲੰਘਣਾ ਗਲੀ ਸਾਫ਼ ਹੋ ਰਹੀ, ਤਾਂ ਇਸ ਸਾਰੇ ਕੁਝ ਨੂੰ ਵੇਖ ਕੇ ਨਾ ਤੁਹਾਡੇ ਬੱਚੇ ਤੁਹਾਨੂੰ ਪੁੱਛਣਗੇ ਇਹ ਕਿਹਦੇ ਵਾਸਤੇ ਕਰ ਰਹੇ? ਉਹਨਾਂ ਦਾ ਇੱਕ ਕੇਂਦਰ ਬਣੇਗਾ ਸ਼ਰਧਾ ਦਾ, ਵੀ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨੇ। ਤੇ ਜੇ ਸਾਧ ਸੰਗਤ ਅਸੀਂ ਗਿਆਨ ਦੀ, ਇੱਕ ਮੈਂ ਕਹਾਂ ਵੀ ਤਪਸ਼ ਦੇ ਵਿੱਚ ਤਪਦੇ ਤਪਦੇ ਅਸੀਂ ਇਹ ਸਾਰਾ ਕੁਝ ਤਿਆਗ ਹੀ ਦਿੱਤਾ, ਵੀ ਇਹਦਾ ਤੇ ਕੋਈ ਅਰਥ ਹੀ ਨਹੀਂ ਨਿਕਲਦਾ ਜੀ, ਕੋਈ ਵਿਗਿਆਨ ਹੀ ਨਹੀਂ, ਹੁਣ ਕੀ ਲੋੜ? ਹੁਣ ਕਿਹੜਾ ਮਿੱਟੀ ਉੱਡਦੀ ਹੈ? ਹੁਣ ਤੇ ਫਰਸ਼ ਪੈ ਗਏ। ਫਰਸ਼ ਦੀ ਗੱਲ ਨਹੀਂ, ਗੁਰੂ ਨੂੰ ਕੋਈ ਲੋੜ ਨਹੀਂ, ਨਾ ਪਾਣੀ ਦੀ, ਨਾ ਚਬਰ ਦੀ, ਨਾ ਤਖਤ ਦੀ। ਗੁਰੂ ਨਾਨਕ ਸਾਹਿਬ ਨੇ ਭਾਈ ਲਹਿਣਾ ਜੀ ਨੂੰ ਪੱਕੀ ਤਾਕੀਦ ਕੀਤੀ, ਕਹਿੰਦੇ ਤਖਤ ਤੇ ਬਹਿਣਾ ਤੇ ਸਿਰ ਤੇ ਚੌਰ ਵੀ ਝੁੱਲਣਾ ਚਾਹੀਦਾ ਤੇ ਚੰਦੋਆ ਵੀ ਲੱਗਣਾ ਚਾਹੀਦਾ। ਸ਼ਾਇਦ ਉਹਨਾਂ ਨੇ ਵੀ ਬੇਨਤੀ ਕੀਤੀ ਹੋਵੇ, ਮਹਾਰਾਜ ਇਹ ਤੁਸੀਂ ਕਦੀ ਕਦੀ ਲਵਾਉਂਦੇ ਰਹੇ ਹੋ, ਮੇਰਾ ਮਨ ਹੈ ਕਿ ਮੈਂ ਤੁਹਾਡੀ ਬਰਾਬਰਤਾ ਨਾ ਕਰਾਂ, ਰਹਿਣ ਦਈਏ। ਸਤਿਗੁਰਾਂ ਨੇ ਕਿਹਾ, ਲੈਣਿਆ ਸਾਨੂੰ ਕੋਈ ਨਹੀਂ ਫਰਕ ਪੈਣਾ, ਛਤਰ ਲੱਗਦਾ ਨਾ ਲੱਗਦਾ, ਨਾ ਤੈਨੂੰ ਪੈਣਾ ਕੋਈ, ਪਰ ਸੰਸਾਰ ਮੰਨਦਾ ਤਾਂ ਜੇ ਥੋੜਾ ਜਿਹਾ ਕੁਝ ਨਾ ਕੁਝ ਕਰੋ ਬਾਹਰੋਂ, ਉਹ ਵੇਖਣਗੇ ਜੀ ਛਤਰ ਲੱਗਾ ਹੋਇਆ, ਇਹ ਹੈ ਉਹ ਹੈ। ਜੇ ਇੱਕ ਆਮ ਬੰਦਾ ਸਾਧ ਸੰਗਤ ਮੋਢੇ ਤੇ ਪਰਨਾ ਰੱਖ ਕੇ ਆ ਜਾਏ, ਕੋਈ ਨਹੀਂ ਕਵੇਗਾ ਕੌਣ ਹੈ। ਉਹਦੇ ਅੱਗੇ 2 ਬੰਦੇ ਅੱਗੇ ਹੋਣ ਜੀ, 4 ਪਿੱਛੇ ਹੋਣ, ਪਰੇ ਹੋ ਜਾਓ ਜੀ, ਪਰੇ ਹੋ ਜਾਓ। ਮੈਂ ਕਈ ਥਾਵਾਂ ਤੇ ਵੇਖਣਾ ਵੀ ਆ, ਇੱਕ ਦਿਨ ਕੋਈ
ਵੱਡੇ ਆਦਮੀ ਆ ਰਹੇ ਸਨ ਤੇ ਉਹ ਜਿਹੜੇ ਅੱਗੇ ਦੋ ਚਾਰ ਕਹਿੰਦੇ ਪਰੇ ਹੋ ਜਾਓ ਪਰੇ ਹੋ ਜਾਓ। ਮੈਂ ਕਿਹਾ ਕਹਿਣਾ ਕਿਹਨੂੰ, ਅੱਗੇ ਤਾਂ ਹੈ ਹੀ ਕੋਈ ਨਹੀਂ, ਕਿਹਨੂੰ ਕਹਿ ਰਹੇ ਹੋ ਪਰੇ ਹੋ ਜਾਓ। ਪਰ ਉਹਨਾਂ ਦੀ ਡਿਊਟੀ ਹੈ। ਇਹ ਚੀਜ਼ਾਂ ਨਾਲ ਸ਼ਰਧਾ ਬਣਦੀ ਹੈ ਆਮ ਬੰਦੇ ਦੀ। ਇਸ ਲਈ ਪਾਣੀ ਛਿੜਕਣਾ ਮਨਮਤ ਨਹੀਂ। ਉਹਨਾਂ ਨੇ ਛਿੜਕਿਆ ਪਾਣੀ, ਮਿੱਟੀ ਬਿਠਾਈ। ਸਤਿਗੁਰਾਂ ਨੇ, ਮੈਂ ਬੇਨਤੀ ਕਰ ਰਿਹਾ ਸੀ, ਉਹਨਾਂ ਨੂੰ ਨਾ ਭੁੱਖ ਦੀ ਭਾਈ ਮੇਹਰ ਨੂੰ, ਨਾ ਪਿਆਸ ਦੀ, ਦਿਨ ਰਾਤ ਇੱਕ ਕਰ ਦਿੱਤਾ ਉਸ ਕੰਮ ਤੇ। ਸਤਿਗੁਰੂ ਖੁਸ਼ ਹੋ ਗਏ ਤੇ ਫਿਰ ਇਸ ਖੁਸ਼ੀ ਦੇ ਵਿੱਚ ਇੱਕ ਪਿਆਰ ਦੀ ਕਿਰਨ, ਇੱਕ ਪਿਆਰ ਦੀ ਬਾਰਿਸ਼ ਗੁਰੂ ਤੇਗ ਬਹਾਦਰ ਸਾਹਿਬ ਵੱਲੋਂ ਉਸ ਸਿੱਖ ਤੇ ਹੋਈ। ਹਜ਼ੂਰ ਨੇ ਕਿਹਾ, ਤੂੰ ਤੇ ਸਿੱਖਾ ਮੀਂਹ ਪਵਾ ਦਿੱਤਾ ਹੈ, ਤੇਰਾ ਤੇ ਨਾਮ ਹੀ ਭਾਈ ਮੀਂਹਾ ਹੈ। ਕੋਲ ਬੁਲਾਇਆ ਤੇ ਫਿਰ ਇੱਕ ਨਗਾਰਾ, ਇੱਕ ਬਲਦ ਦਿੱਤਾ ਭਾਈ ਮੇਹ ਨੂੰ। ਉਹ ਪੁੱਛਦਾ, ਮਹਾਰਾਜ ਇਹਦਾ ਕੀ ਕਰਾਂ? ਕਿਉਂਕਿ ਪਹਿਲਾਂ ਅਸਵਾਰੀ ਹੁੰਦੀ ਸੀ ਬਲਦਾਂ ਤੇ। ਪਹਿਲੇ ਸਮੇਂ ਦੇ ਵਿੱਚ ਵਪਾਰ ਵੀ ਕੀਤਾ ਜਾਂਦਾ ਸੀ ਬਲਦਾਂ ਦੇ ਉੱਤੇ। ਨਾ ਉਦੋਂ ਗੱਡੇ ਸਨ। ਇਹ ਉਹ ਵਕਤ ਜਦੋਂ ਕਾਫਲੇ ਤੁਰਦੇ ਸਨ, ਛੱਟਾਂ ਪਾ ਕੇ ਗੱਡਿਆਂ ਦੇ ਉੱਤੇ, ਬਲਦਾਂ ਦੇ ਉੱਤੇ। ਬਲਦ ਦਿੱਤਾ ਇੱਕ ਚੰਗੀ ਨਸਲ ਦਾ, ਇੱਕ ਨਗਾਰਾ ਦਿੱਤਾ। ਮਹਾਰਾਜ ਇਹਦਾ ਕੀ ਕਰਾਂ? ਕਹਿਣ ਲੱਗੇ, ਜਾਓ ਦੂਰ ਦਰਾਜ ਦੇ ਇਲਾਕਿਆਂ ਵਿੱਚ ਹੁਣ ਤੂੰ ਸਿੱਖੀ ਦਾ ਪ੍ਰਚਾਰ ਕਰ। ਕਹਿਣ ਲੱਗੇ, ਪ੍ਰਚਾਰ ਕਰਾਂ? ਮੈਂ ਤੇ ਜਦੋਂ ਦੀਵਾਨ ਵਿੱਚ ਜਾਣਾ ਉਦੋਂ ਸਿੱਧਾ ਸਾਹਮਣੇ ਅੱਗੇ ਵੀ ਨਹੀਂ ਗਿਆ, ਪਿੱਛੋਂ ਹੀ ਥੋੜਾ ਜਿਹਾ ਮੱਥਾ ਜਿਹਾ ਟੇਕ ਕੇ ਗੁੱਠੇ ਲੱਗ ਜੀਦਾ। ਮੈਂ ਤੇ ਅੱਗੇ ਗਿਆ ਨਹੀਂ। ਕਹਿਣ ਲੱਗੇ, ਇਹ ਤੂੰ ਗੱਲ ਛੱਡ ਵੀ ਤੂੰ ਅੱਗੇ ਗਿਆ ਹੈ ਕਿ ਪਿੱਛੇ ਗਿਆ ਹੈ, ਇਹ ਕੰਮ ਤੇਰਾ ਨਹੀਂ। ਜੋ ਤੈਨੂੰ ਕਿਹਾ ਤੂੰ ਚੱਲ। ਕਹਿਣ ਲੱਗੇ, ਮੈਂ ਪੜ੍ਹਿਆ ਵੀ ਨਹੀਂ। ਕਹਿੰਦੇ, ਇਹ ਵੀ ਕੋਈ ਕਹਾਣੀ ਨਹੀਂ ਬਹੁਤ ਵੱਡੀ, ਮੈਂ ਆਪੇ ਤੈਨੂੰ ਪੜ੍ਹਾ ਲਵਾਂਗਾ। ਮੈਂ ਆਪੇ ਤੈਨੂੰ ਇਹ ਸਮਝ ਦਿਆਂਗਾ ਕਿਵੇਂ ਰੱਬ ਦੀ ਗੱਲ ਕਰੀਦੀ। ਇੱਥੇ ਕਿਤੇ ਗੁਰੂ ਕਿਰਪਾ ਕਰੇ ਪੜ੍ਹਾਈ ਹੋਵੇ ਕਿਸੇ ਕੋਨੇ ਵਿੱਚ ਦੱਬੀ ਹੋਈ, ਬੰਦੇ ਨੂੰ ਪਤਾ ਹੀ ਨਾ ਹੋਵੇ ਸਾਧ ਸੰਗਤ, ਫਿਰ ਤੇ ਪੜ੍ਹਾਈ ਚੰਗੀ ਹੈ। ਬੰਦੇ ਨੂੰ ਪਤਾ ਨਾ ਹੋਵੇ ਮੇਰੇ ਵਿੱਚ ਵਿਦਿਆ ਹੈ, ਉਹ ਬੰਦਾ ਬੋਲੇ ਧਰਮ ਬਾਰੇ, ਫਿਰ ਕੋਈ ਚਾਰ ਅੱਖਰ ਹੈਣ ਕਿਸੇ ਦਾ ਸਵਾਰ ਜਾਣ। ਨਹੀਂ ਤੇ ਸਾਧ ਸੰਗਤ ਜਿਵੇਂ ਹਾਥੀ ਸੁੰਡ ਵਿੱਚ ਮਿੱਟੀ ਪਾ ਕੇ ਉਡਾਈ ਜਾਂਦਾ, ਧੂੜ ਉੱਡੀ ਜਾਂਦੀ ਹੈ। ਇਹ ਹਾਲਾਤ ਬਣਦੀ ਹੈ। ਸਤਿਗੁਰਾਂ ਨੇ ਕਿਹਾ, ਮੀਆਂ ਤੂੰ ਨਹੀਂ ਬੋਲਣਾ, ਇਹ ਭੁਲੇਖੇ ਵਿੱਚ ਨਾ ਪਈ। ਤੂੰ ਨਹੀਂ ਬੋਲਣਾ, ਤੂੰ ਤੁਰਨਾ ਹੈ। ਬਸ ਸਰੀਰ ਦੇ ਯੰਤਰ ਤੇਰੇ ਕੰਮ ਕਰਨਗੇ, ਬਾਕੀ ਸਭ ਕੁਝ ਗੁਰੂ ਨਾਨਕ ਦੇ ਘਰੋਂ ਆਵੇਗਾ। ਇਹ ਜਿਹੜਾ ਬਚਨ ਕਲਗੀਆਂ ਵਾਲੇ ਨੇ ਕੀਤਾ ਸੀ ਨਾ ਬਾਬਾ ਨਿਧਾਨ ਸਿੰਘ ਜੀ ਨਾਲ, ਹਜ਼ੂਰ ਸਾਹਿਬ, ਹੋਰ ਵੀ ਕਈ ਥਾਵਾਂ ਤੇ, ਉਹ ਸ਼ਬਦ ਬਹੁਤ ਪਿਆਰਾ ਹੈ। ਉਹ ਸ਼ਬਦ ਹੈ, ਸਿੱਖਾ ਖੀਸਾ ਮੇਰਾ ਹੱਥ ਤੇਰਾ। ਤੂੰ ਨਾ ਫਿਕਰ ਕਰੀ, ਜੇ ਤੂੰ ਗੁਰੂ ਦੇ ਨਾਂ ਤੇ ਲੰਗਰ ਦੀ ਗੱਲ ਕਰੇਗਾ ਤੇ ਉੱਥੇ ਵੀ ਹੱਥ ਤੇਰਾ ਹੋਵੇਗਾ, ਲੰਗਰ ਤੇਰਾ ਨਹੀਂ ਹੋਵੇਗਾ। ਲੰਗਰ ਤੇਰਾ ਨਹੀਂ। ਤੇ ਇਹ ਬਿਲਕੁਲ ਸੱਚੇ। ਸਤਿਗੁਰਾਂ ਨੇ ਕਿਹਾ, ਮੀਆਂ ਤੂੰ ਫਿਕਰ ਨਾ ਕਰੀ, ਬਸ ਰਸਨਾ ਹੀ ਤੇਰੀ ਹੋਵੇਗੀ, ਗਿਆਨ ਮੇਰਾ ਹੋਵੇਗਾ। ਰਸਨਾ ਤੇਰੀ ਵਰਤੀ ਜਾਏਗੀ, ਗਿਆਨ ਮੇਰਾ ਹੋਵੇਗਾ ਤੇ ਉਹਨਾਂ ਚਿਰ ਇਸੇ ਤਰ੍ਹਾਂ ਹੀ ਰਹੇਗਾ ਜਿੰਨਾ ਚਿਰ ਤੂੰ ਸਮਝੇਗਾ ਇਹ ਗਿਆਨ ਮੇਰਾ ਨਹੀਂ। ਤੂੰ ਵੀ ਸੋਚੇਗਾ ਹੈਰਾਨ ਹੋ ਕੇ, ਕਿੱਧਰੋਂ ਆ ਗਿਆ ਇਹ ਮੀਂਹ, ਕਿਵੇਂ ਵਰ ਗਿਆ। ਬੜਾ ਹੈਰਾਨ ਹੋਇਆ ਸਿੱਖ। ਤੇ ਫਿਰ ਸਤਿਗੁਰਾਂ ਨੇ ਇੱਕ ਬਖਸ਼ਿਸ਼ ਕੀਤੀ, ਬਚਨ ਕੀਤਾ, ਜਿਸ ਨੂੰ ਕਹਿੰਦੇ ਗੁਰ ਕਾ ਬਚਨ ਬਸੈ ਜੀ ਨਾਲੇ। ਉਹ ਬਚਨ ਸੀ, ਮੀਆਂ ਤੇਰੀ ਰਸਨਾ ਤੋਂ ਸ਼ਬਦ ਨਿਕਲਣਗੇ, ਲੋਕਾਂ ਤੇ ਇਸ ਤਰ੍ਹਾਂ ਅਸਰ ਕਰਨਗੇ ਜਿਵੇਂ ਉੱਡਦੀ ਹੋਈ ਧੂੜ ਤੇ ਤੂੰ ਪਾਣੀ ਛਿੜਕਣਾ, ਧੂੜ ਬੈਠ ਗਈ ਏ, ਇਸ ਤਰ੍ਹਾਂ ਮਨ ਉਹਨਾਂ ਦੇ ਬੇਚੈਨ ਮਨਾਂ ਨੂੰ ਟਿਕਾ ਮਿਲ ਜਾਇਆ ਕਰੇਗਾ। ਇਹਨੂੰ ਕਹਿੰਦੇ ਨੇ ਗੁਰੂ ਕਾ ਬਚਨ। ਸਾਧ ਸੰਗਤ ਇਹ ਕੰਮ ਬਚਨ ਨਾਲ ਹੁੰਦਾ ਹੈ, ਸੇਵਾ ਨਾਲ ਨਹੀਂ ਹੁੰਦਾ। ਖਿਆਲ ਰੱਖਣਾ, ਹੋਰ ਕਿਸੇ ਕੰਮ ਨਾਲ। ਹਰ ਇੱਕ ਬੰਦੇ ਦੀ ਬੈਕ ਸਾਈਡ ਤੇ ਬਹੁਤ ਕੁਝ ਪਿਆ ਹੁੰਦਾ ਹੈ, ਉਹਨੂੰ ਵੀ ਨਹੀਂ ਪਤਾ ਹੁੰਦਾ। ਬਚਨ ਵਿੱਚ ਬੜੀ ਸ਼ਕਤੀ ਹੈ। ਮੈਂ ਇੱਕ ਛੋਟੀ ਜਿਹੀ ਘਟਨਾ ਆਪ ਜੀ ਨਾਲ ਸਾਂਝੀ ਕਰਦੇ ਹਾਂ। ਗੁਰੂ ਨਾਨਕ ਸਾਹਿਬ ਜਦੋਂ ਨਾਨਕ ਮਤੇ ਸਨ
ਤੇ ਉੱਥੇ ਸਨ ਸਿੱਧ ਜੋਗੀ ਸਨ, ਉਹਨਾਂ ਰਾਤ ਠੰਡ ਸੀ ਅੱਗ ਨਾ ਦਿੱਤੀ। ਹਜ਼ੂਰ ਨੇ ਇੱਕ ਦੋ ਵਾਰੀ ਭਾਈ ਮਰਦਾਨਾ ਜੀ ਨੂੰ ਭੇਜਿਆ ਤੇ ਉਹਨਾਂ ਨੇ ਜਵਾਬ ਦੇ ਦਿੱਤਾ। ਕਹਿਣ ਲੱਗੇ ਅੱਗ ਤੁਸੀਂ ਆਪ ਬਣਾ ਲਓ, ਜੇ ਤੇਰਾ ਗੁਰੂ ਪੂਰਾ ਹੈ ਤੇ ਤੂੰ ਅੱਗ ਬਣਾ। ਇਹ ਬੜੀ ਵਾਰੀ ਹੁੰਦਾ, ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਕਿ ਗੁਰੂ ਪਤਾ ਨਹੀਂ ਪੂਰਾ ਹੈ ਕਿ ਨਹੀਂ। ਭਾਈ ਮਰਦਾਨਾ ਜੀ ਵਾਪਸ ਆ ਗਏ, ਹਜ਼ੂਰ ਨੂੰ ਕਿਹਾ ਮਹਾਰਾਜ ਉਹ ਇਹ ਗੱਲ ਕਹਿੰਦੇ ਨੇ। ਸਤਿਗੁਰਾਂ ਨੇ ਕਿਹਾ ਮਰਦਾਨਿਆਂ ਅਸੀਂ ਇਹ ਨਾਟਕ ਚੇਟਕ ਨਹੀਂ ਕਰਨੇ ਵੀ ਅੱਗ ਪੈਦਾ ਕਰ ਦਿਓ ਫੂਕ ਮਾਰ ਕੇ ਆਹ ਕਰ ਲਓ। ਕਹਿੰਦੇ ਉਹਨਾਂ ਨੇ ਕਿਹਾ, ਕਹਿੰਦੇ ਮਰਦਾਨਿਆਂ ਬੈਠ ਜਾ ਤੂੰ ਚੌਂਕੜਾ ਲਾ ਕੇ, ਰਜਾ ਦੀ ਅੱਗ ਬਲੇਗੀ ਤੈਨੂੰ ਸੇਕ ਦੇਗੀ, ਭਾਣੇ ਦੀ ਅੱਗ ਦਾ ਸੇਕ ਲੈ, ਬੈਠ ਜਾ। ਬਚਨ ਸਨ। ਭਾਈ ਮਰਦਾਨਾ ਜੀ ਬੈਠੇ ਥੱਕੇ ਸਨ, ਗੁਰੂ ਨਾਨਕ ਸਾਹਿਬ ਬੈਠੇ ਹੋਏ ਨੇ, ਰਾਤ ਦਾ ਟਾਈਮ ਹੈ, ਠੰਡ ਹੈ, ਤੇ ਇਧਰੋਂ ਭਾਈ ਮਰਦਾਨਾ ਜੀ ਨੂੰ ਨੀਂਦ ਆ ਗਈ, ਉੱਥੇ ਹੀ ਇਕੱਠੇ ਹੋ ਕੇ ਲੰਮੇ ਪੈ ਗਏ। ਦੂਜੇ ਪਾਸਿਓਂ ਇੱਕ ਜੰਗਲ ਵਿੱਚੋਂ ਸ਼ਿਕਾਰੀ ਨਿਕਲਿਆ, ਜਿਹਦੇ ਕੋਲ ਇੱਕ ਲੱਕੜਾਂ ਦੀ ਪੰਡ ਸੀ ਤੇ ਹੱਥ ਵਿੱਚ ਥੋੜੀ ਜਿਹੀ ਅੱਗ। ਉਦੋਂ ਆਮ ਹੀ ਅੱਗ ਨਾਲ ਰੱਖਦੇ ਸਨ ਲੋਕ। ਉਹਨੇ ਵੇਖਿਆ ਵੀ ਇੱਕ ਫਕੀਰ ਬੈਠਾ ਤੇ ਇੱਕ ਵਿਚਾਰਾ ਲੱਤਾਂ ਜੀਆਂ ਇਕੱਠੀਆਂ ਕਰਕੇ ਸੁੱਤਾ ਪਿਆ, ਠੰਡ ਨਾਲ ਇਕੱਠਾ ਹੋ ਕੇ। ਨੇੜੇ ਆ ਗਿਆ, ਪੰਡ ਸਿਰ ਤੋਂ ਲਾਹ ਦਿੱਤੀ। ਦੂਰੋਂ ਤੇ ਸੋਚ ਕੇ ਆਇਆ ਸੀ ਇਹ ਜੋਗੀ ਪਹਿਲਾਂ ਬੜੇ ਰਹਿੰਦੇ ਨੇ, ਇੱਕ ਹੋਰ ਆਇਆ ਹੋਵੇਗਾ, ਪਰ ਜਦੋਂ ਨੇੜੇ ਆਇਆ ਉਹਦੀ ਕੁਝ ਥਕਾਵਟ ਜੀ ਲੱਥੀ, ਉਹਨੂੰ ਕੋਈ ਹੋਸ਼ ਜੀ ਆਈ, ਕੋਈ ਰਸ ਜਿਹਾ ਮਿਲਿਆ ਦਰਸ਼ਨ ਵਿੱਚ। ਰੁਕ ਗਿਆ, ਕਹਿਣ ਲੱਗੇ ਫਕੀਰ ਸਾਈਂ ਰਾਤ ਕਿਵੇਂ ਕੱਢੋਗੇ? ਹਜ਼ੂਰ ਨੇ ਕਿਹਾ ਜਿਹਨੇ ਰਾਤ ਬਣਾਈ ਹੈ, ਜਿਹਨੇ ਤੈਨੂੰ ਬਣਾਇਆ ਹੈ, ਜਿਹਨੇ ਮੈਨੂੰ ਬਣਾਇਆ ਉਹ ਰਾਤ ਵੀ ਕਢਾ ਦੇਗਾ। ਕਹਿੰਦੇ ਨਹੀਂ ਠੰਡ ਬਹੁਤ ਹੈ, ਕਿਵੇਂ ਗੁਜ਼ਰੇਗੀ? ਕਹਿੰਦੇ ਜਿਵੇਂ ਗੁਜ਼ਰੇਗੀ ਗੁਜ਼ਰ ਜਾਏਗੀ। ਉਹਨੇ ਕਿਹਾ ਜੇ ਆਪ ਆਗਿਆ ਦਿਓ ਤੇ ਅੱਗ ਬਾਲ ਦਿਆਂ। ਸਤਿਗੁਰਾਂ ਨੇ ਕਿਹਾ ਤੂੰ ਆਪਣੇ ਪਰਿਵਾਰ ਵਾਸਤੇ ਲੱਕੜਾਂ ਲੈ, ਉਹ ਕੀ ਕਰਨਗੇ? ਤੇ ਉਹਨੇ ਜਵਾਬ ਦਿੱਤਾ ਸਤਿਗੁਰੂ ਮੇਰੇ ਘਰ 3-4 ਪੰਡਾਂ ਲੱਕੜਾਂ ਦੀਆਂ ਪਈਆਂ ਨੇ, ਮੈਂ ਉਹ ਐਮਰਜੈਂਸੀ ਵਾਸਤੇ ਰੱਖੀਆਂ ਵੀ ਜਿੱਦਣ ਨਾ ਕੋਈ ਲੱਕੜ ਲੈ ਕੇ ਆ ਸਕਾਂ ਅਗਲੇ ਦਿਨ ਵੇਚ ਲਈਦੀਆਂ ਨੇ। ਮੈਂ ਥੋੜਾ ਜਿਹਾ ਸਟਾਕ ਰੱਖਣਾ ਹੁੰਦਾ ਜਮਾ। ਸਾਧ ਸੰਗਤ ਤੇ ਧਿਆਨ ਰੱਖਣਾ, ਜਦੋਂ ਕਿਸੇ ਬੰਦੇ ਨੇ ਪਰਉਪਕਾਰ ਕੀਤਾ ਤੇ ਇਹ ਮਤ ਸਮਝਣਾ ਵੀ ਜਿਸ ਨੇ ਬਹੁਤ ਕੁਝ ਇਕੱਠਾ ਕੀਤਾ ਉਹ ਕਰ ਲਏਗਾ, ਨਹੀਂ ਕਰੇਗਾ ਉਹਨੇ ਤੇ ਹੋਰ ਅੱਗੇ ਦੀ ਅੱਗੇ ਤੁਰੇ ਜਾਣ। ਇਹ ਤੇ ਥੋੜਾ ਜਿਹਾ ਹੋਵੇ, ਘੱਟ ਵੀ ਨਾ ਹੋਵੇ, ਘੱਟ ਹੋਵੇ ਤੇ ਵਿਚਾਰਾ ਦੇਗਾ ਕਿੱਥੋਂ, ਉਹਦੇ ਆਪ ਵੇਖਦਾ ਫਿਰਦਾ। ਇਹਨੇ ਅੱਗ ਬਾਲ ਦਿੱਤੀ, ਉੱਥੇ ਅੱਗ ਲੱਟ ਬਲੀ ਤੇ ਸਵੇਰੇ ਜਦੋਂ 2-2:30 ਦਾ ਟਾਈਮ ਹੋਇਆ, ਭਾਈ ਮਰਦਾਨੇ ਦੀ ਪਹਿਲੀ ਜਾਗ ਖੁੱਲੀ, ਜਿਹਨੂੰ ਕੁਦਰਤੀ ਜਾਗ ਕਹਿੰਦੇ ਨੇ। ਜਦੋਂ ਜਾਗ ਖੁੱਲੀ ਕੀ ਵੇਖਦਾ ਵੀ ਗੁਰੂ ਬਾਬਾ ਜੀ ਬੈਠੇ ਨੇ, ਅੱਗ ਲੱਟ ਬਲ ਰਹੀ ਏ, ਚਿਹਰੇ ਤੇ ਅਗਨੀ ਦਾ ਜਿਹੜਾ ਰੋਸ਼ਨੀ ਪੈਂਦੀ ਹੈ ਤੇ ਚਿਹਰਾ ਹੋਰ ਭਖਦਾ। ਹੈਰਾਨ ਹੋ ਗਿਆ। ਸਤਿਗੁਰਾਂ ਨੇ ਆਵਾਜ਼ ਦਿੱਤੀ ਮਰਦਾਨਿਆਂ ਸੁਚੇਤ ਹੋ, ਅੰਮ੍ਰਿਤ ਵੇਲਾ ਹੋ ਗਿਆ, ਰਬਾਬ ਨੂੰ ਸੰਭਾਲ। ਕੀਰਤਨ ਹੋਇਆ, ਅੰਮ੍ਰਿਤ ਵੇਲਾ ਹੋਇਆ। ਸਵੇਰੇ ਮਰਦਾਨਾ ਜੀ ਪੁੱਛਦੇ ਨੇ ਸਤਿਗੁਰੂ ਇਹ ਅੱਗ ਕਿੱਥੋਂ ਆ ਗਈ, ਕੌਣ ਦੇ ਗਿਆ? ਸਤਿਗੁਰਾਂ ਨੇ ਕਿਹਾ ਮਰਦਾਨਿਆਂ ਤੂੰ ਕਹਿੰਦਾ ਸੀ ਠੰਡ ਲੱਗਦੀ, ਰੱਬ ਨੂੰ ਤੇਰੀ ਠੰਡ ਤੇ ਤਰਸ ਆ ਗਿਆ, ਉਹਨੇ ਕਿਤੇ ਕੋਈ ਭੇਜਿਆ। ਕਹਿੰਦੇ ਕੌਣ? ਕਹਿਣ ਲੱਗੇ ਇੱਕ ਜੰਗਲ ਵਿੱਚੋਂ ਸ਼ਿਕਾਰੀ ਸੀ, ਲੱਕੜਾਂ ਕੱਟ ਕੇ ਲਿਆਇਆ ਸੀ, ਉਹ ਲਾ ਕੇ ਚਲਾ ਗਿਆ। ਤੇ ਭਾਈ ਮਰਦਾਨੇ ਨੇ ਕਿਹਾ ਬਾਬਾ ਉਹ ਤੇ ਤੈਨੂੰ ਅੱਗ ਬਾਲ ਕੇ ਦੇ ਗਿਆ, ਤੂੰ ਵੀ ਉਹਨੂੰ ਕੁਝ ਨਾ ਕੁਝ ਦਿੱਤਾ ਹੋਵੇਗਾ, ਤੁਸੀਂ ਕੀ ਦਿੱਤਾ ਉਸ ਨੂੰ? ਸਤਿਗੁਰੂ ਚੁੱਪ ਕਰ ਗਏ। ਕਹਿਣ ਲੱਗੇ ਮਰਦਾਨਿਆਂ ਉਹਨੂੰ ਮੈਂ ਕੁਝ ਦੇ ਦਿੱਤਾ ਹੈ। ਕੀ ਦਿੱਤਾ ਹੈ? ਕਹਿਣ ਲੱਗੇ ਉਹਨੂੰ ਵੀ ਪਤਾ ਨਹੀਂ, ਸਮਾਂ ਆਵੇਗਾ ਇਹ ਸਰੀਰ ਛੱਡੇਗਾ, ਨਵਾਂ ਸਰੀਰ ਧਾਰਨ ਕਰੇਗਾ, ਉੱਥੇ ਗੁਰਸਿੱਖੀ ਕਮਾਏਗਾ ਤੇ ਪੰਜਾਬ ਦਾ ਅੱਧਾ ਹਿੱਸਾ ਇਹਦੇ ਸ਼ਬਦਾਂ ਤੋਂ ਜੀਵਨ ਦਾਨ ਪ੍ਰਾਪਤ ਕਰੇਗਾ। ਭਰ ਦਿੱਤਾ ਗੁਰੂ ਨਾਨਕ ਨੇ ਉਹਦੇ ਅੰਦਰ। ਇਹਦੀ ਰਸਨਾ ਦੇ ਸ਼ਬਦ ਲੋਕਾਂ ਦੇ ਅਮੋੜ ਜੀਵਨਾਂ ਨੂੰ ਬਦਲੇਗੇ।
ਔਰ ਇਹ ਵਾਕਿਆ ਭਾਈ ਵੀਰ ਸਿੰਘ ਜੀ ਨੇ ਵੀ ਲਿਖਿਆ, ਹੋਰ ਵੀ ਕਈਆਂ ਨੇ ਇਹਦੇ ਬਾਰੇ ਜ਼ਬਾਨੀ ਕਲਾਮੀ ਕਿਹਾ ਕਿ ਇਹ ਸਭ ਕੁਝ ਇਸੇ ਤਰ੍ਹਾਂ ਹੋਇਆ। ਅੱਗੇ ਕੁਝ ਪੈਦਾ, ਜਿਹੜੇ ਲੋਕ ਇੱਥੇ ਜ਼ਮੀਨ ਤੇ ਕੁਝ ਵਿਸ਼ੇਸ਼ ਆਉਂਦੇ ਨੇ ਸਾਧ ਸੰਗਤ, ਉਹ ਆਪ ਨਹੀਂ ਕੁਝ ਕਰਦੇ, ਉਹਨਾਂ ਦੇ ਉੱਤੇ ਬਚਨ ਕੰਮ ਕਰਦਾ। ਗੁਰੂ ਨੇ ਕਿਤੇ ਨਾ ਕਿਤੇ ਉਂਗਲ ਲਾ ਦਿੱਤੀ ਵੀ ਜਾ ਹੁਣ ਇਹ ਕੰਮ ਤੂੰ ਕਰੇਗਾ। ਮੈਂ ਗੱਲ ਕਰ ਰਿਹਾ ਸੀ, ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ, ਮੀਆਂ ਤੂੰ ਨਾ ਫਿਕਰ ਕਰੀ, ਖੀਸਾ ਮੇਰਾ ਹੋਵੇਗਾ ਤੇ ਹੱਥ ਤੇਰਾ, ਜਿੰਨਾ ਮਰਜ਼ੀ ਗਿਆਨ ਵੰਡ ਦੇ, ਖਤਮ ਨਹੀਂ ਹੋਏਗਾ। ਇਹਨੇ ਬੜਾ ਪ੍ਰਚਾਰ ਕੀਤਾ। ਗੱਲ ਕਰ ਰਿਹਾ ਸੀ ਕਿ ਸਾਧ ਸੰਗਤ ਗੁਰੂ ਵਰਗਾ ਹੋਣਾ, ਪਹਿਲਾਂ ਮੁਰੀਦ ਬਣਨਾ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਮੁਰਦਾ ਹੋਏ ਮੁਰੀਦ ਸੋ ਗੁਰ ਗੋਰ ਸਮਾਵੈ, ਉਹਦੇ ਵਿੱਚ ਉਹ ਸਮਾ ਜਾਂਦਾ ਹੈ, ਉਹਦੇ ਵਰਗਾ ਹੋ ਜਾਂਦਾ। ਗੱਲ ਚੱਲ ਰਹੀ ਸੀ ਮਾਰਗ ਦੀ ਤੇ ਮੰਜ਼ਿਲ ਦੀ। ਸ਼ਾਇਦ ਗੁਰੂ ਕਿਰਪਾ ਕਰੇ ਸਾਨੂੰ ਮਾਰਗ ਦਵੇ, ਪਹਿਲਾਂ ਧਰਮ ਦਾ ਮਾਰਗ ਤੇ ਤੁਰੀਏ ਤੇ ਨਾਲ ਨਾਲ ਅਰਦਾਸ ਕਰੀਏ ਕਿਤੇ ਮਾਰਗ ਨੂੰ ਮੰਜ਼ਿਲ ਨਾ ਸਮਝ ਪਵੀਏ, ਕਿਤੇ ਹੀ ਕਹਿ ਦਈਏ ਇੱਥੇ ਪਹੁੰਚ ਗਏ, ਬਸ ਕਰ ਲਿਆ ਥੋੜਾ ਜਿਹਾ, ਉੱਥੇ ਰੁਕ ਗਏ, ਬਸ ਠੀਕ ਠਾਕ ਹੈ। ਜਿੰਨਾ ਚਿਰ ਸਿੱਖ ਗੁਰੂ ਵਰਗਾ ਨਹੀਂ ਹੁੰਦਾ ਉਹਨਾਂ ਚਿਰ ਉਹ ਕਦੀ ਆਰਾਮ ਨਾਲ ਟਿਕਦਾ ਨਹੀਂ, ਉਹਨਾਂ ਚਿਰ ਉਹਦੀ ਬੇਚੈਨੀ, ਉਹਦੀ ਤਿਲ ਮਿਲਾਹਟ ਬਣੀ ਹੀ ਰਹਿੰਦੀ ਹੈ। ਉਹ ਕਦੀ ਸਮਝੌਤਾ ਨਹੀਂ ਕਰਦਾ ਕਿ ਮੈਂ ਹੋ ਗਿਆ, ਬਸ ਰੁਕਦਾ ਨਹੀਂ। ਪਾਣੀ ਉਹਨਾਂ ਚਿਰ ਕਿਵੇਂ ਰੁਕੇ ਜਿੰਨਾ ਚਿਰ ਸਮੁੰਦਰ ਵਰਗਾ ਸਮੁੰਦਰ ਦੇ ਵਿੱਚ ਨਾ ਗਿਆ। ਧਰਮੀ ਆਦਮੀ ਕਿਵੇਂ ਰੁਕ ਜਾਏ ਜਿੰਨਾ ਚਿਰ ਉਹ ਸਾਧ ਸੰਗਤ ਗੁਰੂ ਵਰਗਾ ਨਹੀਂ ਹੋਇਆ। ਇਸ ਕਰਕੇ ਅੱਜ ਬਚਨ ਕਹਿ ਰਹੇ ਨੇ, ਗੁਰੂ ਵਰਗੇ ਹੋਣ ਦੀ ਜਾਂਚ ਕਿਵੇਂ ਹੋਵੀਏ, ਉਹ ਕਿਹੜਾ ਤਰੀਕਾ ਹੈ, ਗੁਰੂ ਵਰਗੇ ਕਿਵੇਂ ਹੋਈਏ, ਮੰਜ਼ਿਲ ਕਿਵੇਂ ਮਿਲੇ, ਸੰਪੂਰਨਤਾ ਕਿਵੇਂ ਆਵੇ ਜੀਵਨ ਵਿੱਚ। ਸਤਿਗੁਰੂ ਉਹ ਜਾਂਚ ਸਿਖਾ ਰਹੇ ਨੇ। ਸਾਹਿਬ ਨੇ ਪਹਿਲੀ ਗੱਲ ਕਹੀ, ਕਹਿੰਦੇ ਰਸਨਾ ਦੀ ਵਰਤੋਂ ਕਰ, ਜਿਹਵਾ ਗੁਣ ਗੋਬਿੰਦ ਭਜੋ, ਇਹਦੀ ਵਰਤੋਂ ਕਰ। ਸਭ ਤੋਂ ਪਹਿਲਾ ਇੰਦਰਾ ਧਰਮੀ ਬੰਦੇ ਦਾ ਰਸਨਾ, ਰਸਨਾ ਦੀ ਵਰਤੋਂ ਜ਼ਰੂਰੀ ਹੈ। ਇਹਦੇ ਤੋਂ ਬਿਨਾ ਪਤਾ ਨਹੀਂ ਕੋਈ ਧਰਮ ਹੋਵੇਗਾ। ਬੜੇ ਕੁਝ ਨੇ, ਸਿੱਧ 84 ਆਸਨ ਇਹ ਵੀ ਕਰ ਰਿਹਾ, ਹੋਰ ਧਿਆਨ ਦੀਆਂ ਬਹੁਤ ਸਾਰੀਆਂ ਵਿਧੀਆਂ ਨੇ, ਬੜੇ ਬੜੇ ਦਾਨ ਨੇ, ਬੜਾ ਕੁਝ ਕੋਈ ਤੀਰਥਾਂ ਦਾ ਰਟਨ ਨੇ। ਸਤਿਗੁਰੂ ਨੇ ਕਿਹਾ ਨਹੀਂ, ਜਿਹੜੀ ਚੀਜ਼ ਤੇਰੇ ਕੋਲ ਹੀ ਹੈ, ਬਿਲਕੁਲ ਤੇਰੇ ਨੇੜੇ, ਰਸਨਾ ਹੈ ਤੇਰੀ, ਔਰ ਤੂੰ ਇਹਦੀ ਵਰਤੋਂ ਵੀ ਬੜੀ ਕਰਨਾ ਹੈ। ਇਹਦੇ ਨਾਲ ਥੋੜਾ ਜਿਹਾ ਜਪ ਕੇ ਤੇ ਵੇਖ। ਅਸੀਂ ਕਹਿੰਦੇ ਆ ਨਾ, ਜਦੋਂ ਬਾਣੀ ਪੜ੍ਹਨੀ ਹੋਵੇ ਤਾਂ 1 ਘੰਟੇ ਵਿੱਚ ਅਸੀਂ ਕਹਿੰਦੇ ਘੰਟਾ ਪਾਠ ਕੀਤਾ ਸੀ ਜੀ, ਥੱਕ ਗਏ। ਇੰਨਾ ਨਹੀਂ ਹੁੰਦਾ। ਕੌਣ ਕਰੇ? ਸਾਧ ਸੰਗਤ ਰਿਕਾਰਡ ਕਰਕੇ ਦੇਖਣਾ 24 ਘੰਟਿਆਂ ਵਿੱਚ ਅਸੀਂ ਕਿੰਨੇ ਘੰਟੇ ਬੋਲੀ ਜਾ ਰਹੇ ਹਾਂ। ਇਹ ਕੁਦਰਤ ਦਾ ਨਿਯਮ ਹੈ। ਵੇਖੋ ਜਿਹੜਾ ਗੁਰੂ ਸਾਹਿਬ ਨੇ ਦਿੱਤਾ ਨਾ 2.5 ਘੰਟੇ ਦਾ ਨਿਤਨੇਮ, ਕੁਦਰਤ ਦਾ ਨਿਯਮ ਹੈ। ਬੰਦੇ ਦਾ ਸਰੀਰ ਠੀਕ ਹੋਵੇ, ਤੰਦਰੁਸਤ ਹੋਵੇ, ਕੁਦਰਤ ਦਾ ਨਿਯਮ ਹੈ ਕਿ 2.5 ਘੰਟੇ ਉਹਦੀ ਜ਼ੁਬਾਨ ਤੋਂ ਸ਼ਬਦ ਨਿਕਲਣੇ ਚਾਹੀਦੇ ਨੇ, ਨਹੀਂ ਤੇ ਉਹਦੇ ਵਿੱਚ ਬੋਝ ਬਣ ਜਾਏਗਾ। ਉਹਨੂੰ ਬੋਲਣਾ ਪਏਗਾ 2.5 ਘੰਟੇ ਠੀਕ ਰਹਿਣ ਵਾਸਤੇ। ਬੋਲਣਾ ਜ਼ਰੂਰੀ ਹੈ ਉਹਦਾ। ਹਾਂ, ਕੁਝ ਲੋਕ ਐਸੇ ਨੇ, ਉਹਨਾਂ ਦੀ ਨਹੀਂ ਮੈਂ ਗੱਲ ਕਰ ਰਿਹਾ, ਬੜੇ ਵਿਰਲੇ ਨੇ, ਉੱਥੇ ਕੋਈ ਫਰਕ ਨਹੀਂ ਪੈਂਦਾ, ਭਾਵੇਂ ਸ਼ਬਦ ਦੀ, ਆਵਾਜ਼ ਦੀ, ਉਚਾਰਨ ਦੀ ਵਰਤੋਂ ਨਾਮ ਹੀ ਕਰਨ। ਪਰ ਜਿਹੜਾ ਆਮ ਆਦਮੀ ਹੈ, ਤੁਸੀਂ ਕਦੀ ਸਵੇਰ ਤੋਂ ਸ਼ਾਮ ਤੱਕ ਗਿਣ ਕੇ ਵੇਖਣਾ ਅਸੀਂ ਕਿੰਨੇ ਘੰਟੇ ਬੋਲਨੇ ਆ ਔਰ ਕੀ ਬੋਲਨੇ ਆ, ਤੇ ਜਿਹਦੀ ਕੋਈ ਜ਼ਰੂਰਤ ਵੀ ਨਹੀਂ ਉਹ ਬੋਲਨੇ ਆ। ਆਦਮੀ ਦੌੜਦਾ ਹੈ ਪਾਗਲ ਦੀ ਤਰ੍ਹਾਂ, ਲੱਭਦਾ ਕਿਹਦੇ ਨਾਲ ਬੋਲਾਂ, ਕਿਹਦੇ ਨਾਲ ਗੱਲ ਕਰਾਂ। ਅੱਜ ਕੱਲ੍ਹ ਤੇ ਬਹੁਤ ਵੱਡਾ ਰੋਗ ਹੋ ਗਿਆ, ਕਿਉਂਕਿ ਆਦਮੀ ਪਹਿਲਾਂ ਤੇ ਇਕੱਲਾ ਰਿਹਾ, ਫਿਰ ਉਸ ਇਕੱਲ ਦੇ ਵਿੱਚ ਦੁੱਖ ਪੈਦਾ ਹੋਇਆ। ਇਸ ਕਰਕੇ ਜਿਹੜੇ ਰਾਹ ਤੇ ਅਸੀਂ ਗਏ ਹਾਂ ਔਰ ਹੁਣ ਜਾ ਰਹੇ ਹਾਂ, ਇਹਦੇ ਤੋਂ ਸਾਡੇ ਤੋਂ ਬਹੁਤ ਅੱਗੇ ਨਿਕਲ ਚੁੱਕੇ ਨੇ ਪੱਛਮ ਵਾਲੇ। ਜੋ ਕੁਝ ਅਸੀਂ 100 ਸਾਲ ਬਾਅਦ ਸੰਸਾਰਕ ਤੌਰ ਤੇ ਪ੍ਰਾਪਤ ਕਰਨਾ ਉਹਨਾਂ ਦੇ ਕੋਲ ਹੈ,
ਪਰ ਉਹਨਾਂ ਦੇ ਜੀਵਨ ਦੇ ਰਿਜ਼ਲਟ ਕੋਈ ਬਹੁਤੇ ਠੀਕ ਨਹੀਂ ਆ ਰਹੇ। ਇਸ ਲਈ ਸਾਨੂੰ ਇੱਕ 100 ਸਾਲ ਹੋਰ ਨਹੀਂ ਗਵਾਉਣਾ ਚਾਹੀਦਾ। ਅੱਜ ਕੱਲ ਜੋ ਕੁਝ ਸਾਡੇ ਕੋਲ ਹੈ ਅਸੀਂ ਕਹਿੰਦੇ ਬਹੁਤ ਕੁਝ ਹੈ, ਅਜੇ ਵੀ ਕੁਝ ਨਹੀਂ ਉਹਨਾਂ ਦੇਸ਼ਾਂ ਦੇ ਮੁਕਾਬਲੇ ਤੇ ਜਿਹੜੇ ਵਿਕਸਿਤ ਹੋ ਚੁੱਕੇ ਨੇ। 100 ਸਾਲ ਲੱਗਣਗੇ ਸਾਨੂੰ ਉੱਥੇ ਜਾਣ ਤੇ 100 ਸਾਲ ਬਾਅਦ ਅਸੀਂ ਉਹਨਾਂ ਹਾਲਾਤਾਂ ਵਿੱਚ ਚਲੇ ਜਾਵਾਂਗੇ ਜਿੱਥੇ ਉਹ ਨੇ। ਹਰ ਇੱਕ ਚੌਥਾ ਆਦਮੀ ਆਤਮ ਹੱਤਿਆ ਬਾਰੇ ਸੋਚ ਰਿਹਾ ਹੈ, ਸੋਚ ਤਾਂ ਰਿਹਾ ਹੀ ਨਾ, ਕਰਨ ਦੀ ਹਿੰਮਤ ਨਹੀਂ ਹੈ। ਉੱਥੋਂ ਦੇ ਆਦਮੀ ਨੇ ਇੰਨਾ ਧਨ, ਇੰਨੀ ਸਾਰਾ ਕੁਝ ਬਹੁਤੇ, ਤੇ ਅਸੀਂ ਉਹਦੇ ਵਾਸਤੇ ਪਾਗਲਾਂ ਦੀ ਤਰ੍ਹਾਂ ਦੌੜ ਰਹੇ ਹਾਂ, ਗੁਰੂ ਨੂੰ ਤਿਆਗ ਕੇ, ਗੁਰੂ ਨੂੰ ਛੱਡ ਕੇ। ਇਸ ਕਰਕੇ ਸਤਿਗੁਰੂ ਨੇ ਕਿਹਾ ਜੇ ਬੋਲਣਾ ਹੀ ਤੇ ਰਸਨਾ ਨਾਲ ਕੀ ਬੋਲ, ਲੋੜ ਲਈ ਬੋਲ ਲੈ, ਸੰਸਾਰ ਲਈ। ਆਪਣੇ ਸਰੀਰ ਦੀ ਬਹੁਤਾਤ ਭਰੀ એનર્ਜੀ ਨੂੰ ਵੇਸਟ ਨਾ ਕਰ, ਜਿਹੜੀ ਸਭ ਤੋਂ ਜ਼ਿਆਦਾ ਦੋ ਚੀਜ਼ਾਂ ਨਾਲ ਵੇਸਟ ਹੁੰਦੀ, ਬੋਲਣ ਨਾਲ ਤੇ ਦੇਖਣ ਨਾਲ। ਇਸ ਲਈ ਇਹ ਸਭ ਤੋਂ ਪਹਿਲਾਂ ਇਹ ਸਤਿਗੁਰੂ ਨੇ ਜਾਚ ਦੱਸੀ ਕਿਵੇਂ ਬੋਲਣਾ ਹੈ, ਕੀ ਕਰਨਾ ਹੈ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਇਹ ਬਚਨ ਕਹਿ ਰਹੇ ਨੇ। ਸ਼ਲੋਕ ਹਨ 21 ਨੰਬਰ ਔਰ 22 ਨੰਬਰ 2 ਸ਼ਲੋਕ ਹਨ। ਇਹਨਾਂ ਦੇ ਵਿੱਚ ਸਤਿਗੁਰੂ ਨੇ ਰਸਨਾ ਦੀ ਗੱਲ ਕੀਤੀ। ਕਹਿੰਦੇ ਇਸ ਰਸਨਾ ਦੀ ਵਰਤੋਂ ਪਰਮਾਤਮਾ ਦੇ ਗੁਣ ਗਾਉਣ ਵਾਸਤੇ ਵੀ ਕਰ। ਚੱਲ ਤੂੰ ਸੰਸਾਰ ਲਈ ਵੀ ਬੋਲ, ਪਰ ਅੱਧਾ ਸਮਾਂ ਉਧਰੋਂ ਕੱਟ ਦੇ, ਇੱਧਰ ਬੋਲ। ਇਹਦੇ ਨਾਲ ਤੂੰ ਜਪ, ਇਹਦੇ ਨਾਲ ਬੋਲ। ਕੀ ਬੋਲਣਾ ਹੈ? ਜਿਹਵਾ ਗੁਣ ਗੋਬਿੰਦ ਭਜੋ, ਪਰਮਾਤਮਾ ਦੇ ਗੁਣਾਂ ਨੂੰ ਬੋਲ, ਉਹਦੇ ਨਾਮ ਨੂੰ ਉਚਾਰਨ ਕਰ। ਧਰਮ ਦੀ ਸ਼ੁਰੂਆਤ ਇੱਥੋਂ ਹੋਏਗੀ। ਰਸਨਾ ਦੀ ਵਰਤੋਂ ਕਰ। ਸਾਹਿਬ ਕਹਿੰਦੇ ਜਿਹਵਾ ਗੁਣ ਗੋਬਿੰਦ ਭਜੋ, ਇਹ ਪਹਿਲਾ ਸਟੈਪ। ਰਸਨਾ ਨਾਲ ਬੋਲ, ਜਪ, ਉਚਾਰਨ ਕਰ। ਹੋਰ ਕੀ ਕਰਨਾ ਹੈ? ਕਹਿੰਦੇ ਕਰਨ ਸੁਣੋ ਹਰ ਨਾਮ। 50% ਸਾਧਨਾ ਦਾ ਹਿੱਸਾ ਹੈ, ਸਿੱਖੀ ਦੀ ਸਾਧਨਾ ਦਾ ਰਸਨਾ ਨਾਲ ਉਚਾਰਨ ਕਰਨਾ। ਇਹ 50% ਖਿਆਲ ਰੱਖਣਾ। 50% ਹੈ ਕੰਨਾਂ ਦੇ ਨਾਲ ਉਸ ਆਵਾਜ਼ ਨੂੰ ਸੁਣਨਾ, ਆਪਣੀ ਹੀ ਆਵਾਜ਼ ਨੂੰ ਸੁਣਨਾ। ਇਹ ਦੋ ਨੇ। ਜਦੋਂ ਇਹ ਦੋ ਕਰ ਲੈ ਤੇ ਚੱਲਦੇ ਰਹੇ, ਕੰਟੀਨਿਊ ਹੋ ਗਏ। ਸ਼ਬਦ ਦੇ ਵਿੱਚ ਸਰੋਤ ਜੁੜਦੀ ਗਈ। ਉਹਦੇ ਤੋਂ ਅੱਗੇ ਗੁਰੂ ਅਮਰਦਾਸ ਜੀ ਨੇ ਕਿਹਾ ਹੁਣ ਇਸ ਆਵਾਜ਼ ਨੂੰ ਪਿਆਰ ਕਰ ਜਿਹੜੀ ਤੇਰੇ ਅੰਦਰੋਂ ਆ ਰਹੀ ਹੈ। ਸ਼ਬਦ ਧਰੋ ਪਿਆਰੋ। ਆ ਜਦੋਂ ਅਸੀਂ ਥੋੜੇ ਜਿਹਾ ਗੁਰੂ ਸਾਹਿਬ ਸਾਨੂੰ ਸਿਆਣੇ ਕਰ ਦੇਣਗੇ, ਸਾਨੂੰ ਪਤਾ ਲੱਗ ਜਾਏਗਾ ਸ਼ਬਦ ਕੀ ਹੁੰਦਾ ਹੈ। ਸ਼ਬਦ ਬਾਰੇ ਕੁਝ ਨਾ ਕੁਝ, ਜ਼ਿਆਦਾ ਪੂਰਾ ਤੇ ਜਾਣਨਾ ਜਾਇ ਨਹੀਂ ਜਾ ਸਕਦਾ। ਜਿੰਨਾ ਵੱਡਾ ਰੱਬ ਓਨਾ ਹੀ ਵੱਡਾ ਸ਼ਬਦ ਹੈ। ਉਹਦੇ ਬਾਰੇ ਜਾਣਨਾ ਕਠਿਨ ਹੈ, ਕਠਿਨ ਨਹੀਂ ਹੈ, ਜਾਣੇ ਨਹੀਂ ਜਾ ਸਕਦਾ। ਪਰ ਜਾਣਨਾ ਦੋ ਤਰ੍ਹਾਂ ਦਾ ਹੈ। ਇੱਕ ਹੈ ਉਹਨੂੰ ਵੀ ਜਾਣਨਾ ਹੀ ਕਹਿੰਦੇ, ਜਿਵੇਂ ਬੰਦਾ ਕਿਸੇ ਚੀਜ਼ ਬਾਰੇ ਪੂਰਾ ਜਾਣ ਲੈਂਦਾ, ਉਹਨੂੰ ਵੀ ਜਾਣਨਾ ਕਹਿੰਦੇ ਜਿਹਨੂੰ ਛੂਹ ਲੈਂਦਾ ਹੈ। ਇਹ ਹੈ ਛੂਹਣਾ ਪਰਮਾਤਮਾ ਨੂੰ, ਸ਼ਬਦ ਨੂੰ ਛੂਹਣਾ। ਸਿਰਫ ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ। ਤਾਂ ਇਸ ਤਰ੍ਹਾਂ ਸੁਣਨਾ ਤੇ ਫਿਰ ਉਸ ਆਵਾਜ਼ ਨੂੰ ਪਿਆਰ ਕਰਨਾ। ਜਿੱਦਣ ਬੰਦੇ ਨੂੰ ਆਪਣੀ ਆਵਾਜ਼ ਨੂੰ ਪ੍ਰੇਮ ਕਰਨ ਦੀ ਜਾਚ ਆ ਗਈ, ਉਹ ਪ੍ਰੇਮੀ ਹੋ ਗਿਆ, ਪ੍ਰੇਮੀ ਬਣ ਗਿਆ। ਇਸ ਲਈ ਦੋ ਪ੍ਰਮੁੱਖ ਹਿੱਸੇ ਕਹੇ ਨੇ ਗੁਰੂ ਤੇਗ ਬਹਾਦਰ ਸਾਹਿਬ ਨੇ, ਖੁਦ ਕੀਤੇ ਉਹਨਾਂ ਨੇ। ਕਿਸੇ ਨੇ ਕਿਹਾ ਸੀ ਭਵਜਲ ਕਿਵੇਂ ਪਾਰ ਕਰੀਦਾ ਹੈ, ਤੇ ਜਵਾਬ ਦਿੰਦੇ ਕਹਿੰਦੇ ਨਾਨਕ ਭਵਜਲ ਪਾਰ ਪਰੇ ਜੋ ਗਾਵੇ ਪ੍ਰਭ ਕੇ ਗੀਤ। ਜਿਹੜੇ ਉਹਦੇ ਗੀਤ ਨੂੰ ਗਾਏਗਾ। ਤਾਂ ਇੱਥੇ ਕਹਿੰਦੇ ਜੇਬਾ ਗੁਣ ਗੋਬਿੰਦ ਭਜੋ, ਕਰਨ ਸੁਣੋ ਹਰ ਨਾਮ। ਫਿਰ ਹਜ਼ੂਰ ਕਿਰਪਾ ਕਰਕੇ ਕਹਿੰਦੇ ਹਨ, ਕਹਿਣ ਲੱਗੇ ਕਹੋ ਨਾਨਕ ਸੁਣ ਰੇ ਮਨਾ, ਪਰ ਹੈ ਨਾ ਜਮ ਕੇ ਧਾਮ। ਧਾਮ ਦੇ ਅਰਥ ਨੇ ਘਰ। ਫਿਰ ਤੂੰ ਜਮਾਂ ਦੇ ਘਰ ਵਿੱਚ ਨਹੀਂ ਜਾਏਗਾ, ਮੌਤ ਦੀ ਗਰਾਹੀ ਨਹੀਂ ਬਣੇਗਾ। ਜਿਹੜਾ ਵਿਸ਼ਾ ਆਪਾਂ ਸ਼ੁਰੂ ਤੋਂ ਕਿਹਾ ਸੀ, ਇਹ ਤੇ ਹੈ ਕਿਰਿਆ।
ਇਹ ਕਿਰਿਆ ਦੱਸੀ, ਕਿਰਿਆ ਕੀ ਕਰਨੀ ਹੈ। ਕਿਰਿਆ ਹੈ ਬੋਲਣਾ, ਸੁਣਨਾ, ਕਰਮ ਇੰਦਰੇ ਨੇ। ਹੁਣ ਉਹਦੇ ਨਾਲ ਪਰਹੇਜ ਦੱਸੇ ਨੇ ਅਗਲੇ ਸ਼ਲੋਕ। ਕੱਲੀ ਕਿਰਿਆ ਕੰਮ ਨਹੀਂ ਦੇਗੀ, ਖਿਆਲ ਰੱਖਣਾ। ਭੁਲੇਖੇ ਵਿੱਚ ਨਾ ਰਹਿਣਾ ਕਿ ਮੈਂ ਕੱਲਾ ਜਪੀ ਜਾਵਾਂਗਾ। ਅਗਲੀ ਪੰਕਤੀ ਨਹੀਂ ਲਾਗੂ ਹੋਵੇਗੀ, ਕਿਰਿਆ ਕੰਮ ਨਹੀਂ ਦੇਗੀ, ਖਿਆਲ ਰੱਖਣਾ। ਕੰਮ ਦੇ ਸਕਦੀ ਦੂਜੇ ਤਰੀਕੇ ਦਾ ਕੰਮ ਹੋ ਜਾਏਗਾ ਆਦਮੀ ਦਾ, ਸੰਸਾਰੀ ਕੋਈ ਨਾ ਕੋਈ। ਸ਼ਬਦ ਦਾ ਇੱਕ ਇਹ ਵਿਗਿਆਨ ਹੈ, ਉਹਨੂੰ ਬੋਲੋ, ਜਪੋ, ਨਾ ਸੁਣੋ, ਜਪੀ ਜਾਓ, ਸੰਸਾਰ ਦਾ ਧਨ ਵੱਧ ਜਾਏਗਾ, ਹੋਰ ਚੀਜ਼ਾਂ ਹੋ ਜਾਣਗੀਆਂ। ਪਰ ਜਿਹੜੀ ਗੱਲ ਹੋਰ ਹੈ ਨਾ, ਜਿਹਨੂੰ ਸਤਿਗੁਰੂ ਕਹਿੰਦੇ ਨਾਨਕ ਲੇਖੈ ਇੱਕ ਗੱਲ, ਉਹ ਇੱਕ ਗੱਲ ਕਿਵੇਂ ਹੋਵੇਗੀ? ਕਿਰਿਆ ਵੀ ਕਰੇ। ਪਹਿਲੇ ਸ਼ਲੋਕ ਵਿੱਚ ਕਿਰਿਆ ਦੱਸੀਏ, ਜੇ ਬਾ ਗੁਣ ਗੋਬਿੰਦ ਭਜੋ ਕਰਨ ਸੁਣੋ ਹਰ ਨਾਮ, ਇਹ ਕਿਰਿਆ ਹੈ। ਹੁਣ ਪਰਹੇਜ ਦੱਸ ਰਹੇ ਨੇ 22 ਨੰਬਰ ਵਿੱਚ। ਸਹਿਬ ਕਹਿੰਦੇ ਜੋ ਪ੍ਰਾਨੀ ਮਮਤਾ ਤਜੈ, ਲੋਭ ਮੋਹ ਅਹੰਕਾਰ। ਇਹ ਪਰਹੇਜ ਨੇ। ਇਹ ਪਰਹੇਜ ਪਾਲ ਕੇ 1 ਮਹੀਨਾ ਕਰਕੇ ਦੇਖ ਲਈਏ, ਅਗਲੇ ਦਿਨ ਦੱਸਦਾ ਕਿ ਬਾਣੀ ਕੀ ਹੁੰਦਾ ਇਹਦੇ ਵਿੱਚ। ਅਗਲੇ ਦਿਨ ਆਦਮੀ ਪੁੱਛਣ ਨਹੀਂ ਜਾਏਗਾ, ਇੱਕ ਲੂ ਉਸ ਨੂੰ ਬੋਲ ਕੇ ਦੱਸ ਦੇਗਾ ਬਾਣੀ ਕੀ ਹੈ, ਪਰਮਾਤਮਾ ਕੀ ਹੈ, ਗੁਰੂ ਕੀ ਹੈ। ਜੇ ਇਹ ਨਾ ਕੀਤੇ ਸਾਰੀ ਉਮਰ ਨਹੀਂ ਪਤਾ ਲੱਗੇਗਾ। ਇਹ ਨਾ ਨਿਭਾਏ ਜੋ ਪ੍ਰਾਣੀ ਮਮਤਾ ਤਜੈ। ਮਮਤਾ ਮੋਹ ਦੀ ਅਤ ਗਹਿਰੀ ਦਸ਼ਾ ਹੈ, ਜਿਹੜੀ ਮੋਹ ਦੇ ਮਿਟਿਆਂ ਵੀ ਬਣੀ ਰਹਿੰਦੀ ਹੈ। ਮਮਤਾ ਦੇ ਅਰਥ ਨੇ ਆਪਣਾਪਣ, ਮੇਰਾਪਣ, ਨਿਜਪਣ, ਜਿਹਦੇ ਉੱਤੇ ਆਦਮੀ ਆਪਣੇ ਘੇਰੇ ਵਿੱਚ ਸੀਮਤ ਰਹਿੰਦਾ ਹੈ, ਖੁੱਬਾ ਰਹਿੰਦਾ ਹੈ। ਮਮਤਾ 2 ਵਾਰੀ ਮਮਾ ਸ਼ਬਦ ਵਰਤਿਆ ਦੇ ਵਿੱਚ। ਮੈਂ ਦਾ ਡਬਲ ਪ੍ਰਭਾਵ 2 ਵਾਰੀ ਮੈਂ ਸ਼ਬਦ ਵਰਤ ਲਿਆ ਗਿਆ, ਯਾਨੀ ਕਿ ਸੂਖਸ਼ਮ ਮੋਹ ਬਾਹਰੋਂ ਤੇ ਛੱਡ ਦਿੱਤਾ, ਪਰਿਵਾਰ ਨੂੰ ਵੀ ਝਿੜਕ ਦਿੱਤਾ, ਸਭ ਕੁਝ ਆਸੇ ਪਾਸੇ ਹੋ ਗਿਆ। ਪਰ ਇਹ ਗਹਿਰਾ ਮੋਹ, ਜਿਹਨੂੰ ਕਬੀਰ ਜੀ ਕਹਿੰਦੇ ਸਿੱਖ ਸਾਖਾ ਬਹੁਤੇ ਕੀਏ, ਕੇਸੋ ਕੀਓ ਨਾ ਮੀਤ, ਚਾਲੇ ਥੇ ਹਰ ਮਿਲਨ ਕੋ ਵਿਚੈ ਅਟਕਿਓ ਚੀਤ। ਇਹ ਉਹ ਦਸ਼ਾ ਹੈ ਜਿਹੜਾ ਇਹਨੂੰ ਛੱਡ ਗਿਆ ਤੇ ਲੋਭ ਛੱਡ ਦਿੱਤਾ, ਜਿਸ ਨੇ ਮੋਹ ਤੇ ਅਹੰਕਾਰ ਤਿਆਗ ਦਿੱਤਾ। ਫਿਰ ਉਹਦੀ ਵਡਿਆਈ, ਉਹਦਾ ਕਹਿਣਾ ਕੀ ਹੈ, ਉਹਦੀ ਵਿਆਖਿਆ ਕਿਵੇਂ ਹੋ ਸਕੇ, ਉਹਨੂੰ ਫਿਰ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਕਹੋ ਨਾਨਕ ਆਪਨ ਤਰੈ ਔਰਨ ਲੇਤ ਉਧਾਰ। ਹੁਣ ਉਹ ਦੀਵਾ ਬਣ ਗਿਆ। ਉਹ ਦੀਵੇ ਨੂੰ ਕੋਈ ਫਰਕ ਨਹੀਂ, ਜਿੰਨੇ ਮਰਜ਼ੀ ਦੀਵੇ ਜਗਾਓ, ਉਹਦੀ ਅਗਨੀ ਨਹੀਂ ਘਟਦੀ, ਉਹ ਨਿਰੰਤਰ ਬਲੀ ਜਾਂਦਾ ਹੈ। ਉਸ ਨੂੰ ਕੋਈ ਪਰਵਾਹ ਨਹੀਂ ਹੈ ਕਿਸੇ ਘਟਣ ਦੀ, ਕਿਸੇ ਵਧਣ ਦੀ। ਜਿੰਨਾ ਚਿਰ ਅਸੀਂ ਘਟਣ ਵਧਣ ਦੇ ਚੱਕਰ ਵਿੱਚ ਪੈ ਰਹੇ ਹਾਂ, ਸਾਡਾ ਧਰਮ ਨਾ ਕੋਈ ਖੋ ਕੇ ਲੈ ਜਾਏ, ਉਹਨਾਂ ਚਿਰ ਵਿੱਚ ਕੋਈ ਚੋਰ ਲੁਕਾ ਹੋਇਆ ਹੈ ਜੋ ਅਜੇ ਇਕੱਠਾ ਕਰ ਰਿਹਾ ਕੁਝ। ਅਜੇ ਉਹ ਅਧਿਕਾਰੀ ਬਣਨਾ ਚਾਹੁੰਦਾ ਹੈ, ਰੱਬ ਨੂੰ ਨਹੀਂ ਮਿਲਣਾ ਚਾਹੁੰਦਾ, ਉਹ ਆਪ ਕੁਝ ਬਣਨਾ ਚਾਹੁੰਦਾ। ਜਿੱਦਣ ਸਭ ਕੁਝ ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗਾ ਮੇਰਾ, ਉਸ ਦਿਨ ਇਹ ਚੀਜ਼ਾਂ ਖਤਮ ਹੋ ਜਾਂਦੀਆਂ ਨੇ। ਦੂਜਿਆਂ ਨੂੰ ਵੀ ਉਧਾਰ ਲੈਂਦਾ ਹੈ,